ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੇ ਬਹੁਤ ਸਾਰੇ ਯੋਧਿਆਂ ਸੂਰਵੀਰਾਂ ਨੂੰ ਜਨਮ ਦਿੱਤਾ ਤੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਮਾਤਾ ਵਿਦਿਆਵਤੀ ਦੀ ਕੁੱਖੋਂ ਪਿਤਾ ਕਿਸ਼ਨ ਸਿੰਘ ਦੇ ਘਰ ਪਿੰਡ ਬੰਗਾ ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ। ਉਹਨਾਂ ਦੇ ਜਨਮ ਤੋਂ ਕੁਝ ਦਿਨ ਬਾਅਦ ਹੀ ਭਗਤ ਸਿੰਘ ਦੇ ਪਿਤਾ ਤੇ ਚਾਚਾ ਰਿਹਾ ਹੋ ਕੇ ਜੇਲ੍ਹ ਚੋਂ ਘਰ ਆਉਂਦੇ ਨੇ ਤੇ ਘਰ ਦੇ ਖੁਸ਼ੀ ਵਿੱਚ ਉਹਨਾਂ ਨੂੰ ਭਾਗਾਂ ਵਾਲਾ ਕਹਿਣ ਲੱਗ ਜਾਂਦੇ ਨੇ, ਜੋ ਅੱਗੇ ਜਾ ਕੇ ਉਹਨਾਂ ਦਾ ਨਾਮ ਭਗਤ ਸਿੰਘ ਬਣ ਜਾਂਦਾ ਹੈਗਾ। ਉਹਨਾਂ ਦੇ ਘਰ ਦਾ ਮਾਹੌਲ ਬਹੁਤ ਦੇਸ਼ ਭਗਤੀ ਵਾਲਾ ਸੀ ਤੇ ਉਹਨਾਂ ਦੇ ਦਾਦਾ ਆਰੀਆ ਸਮਾਜੀ ਸਨ ਤੇ ਰੂੜੀਵਾਦੀ ਵਿਚਾਰਾਂ ਦਾ ਵਿਰੋਧ ਕਰਦੇ ਸਨ। ਭਗਤ ਸਿੰਘ ਉੱਤੇ ਆਪਣੇ ਪਰਿਵਾਰ ਦੇ ਅਗਾਂਹਵਧੂ ਵਿਚਾਰਾਂ ਦਾ ਪ੍ਰਭਾਵ ਪੈਣਾ ਸੁਭਾਵਿਕ ਹੀ ਸੀ। ਉਹਨਾਂ ਦੇ ਉਹ ਕੁੱਲ 9 ਭੈਣ ਭਰਾ ਸਨ। ਜਗਤ ਸਿੰਘ, ਭਗਤ ਸਿੰਘ, ਅਮਰ ਕੌਰ, ਕੁਲਵੀਰ ਸਿੰਘ, ਸ਼ਕੁੰਤਲਾ ਦੇਵੀ, ਕੁਲਤਾਰ ਸਿੰਘ, ਪ੍ਰਕਾਸ਼ ਕੌਰ, ਰਣਵੀਰ ਸਿੰਘ, ਰਜਿੰਦਰ ਸਿੰਘ। ਭਗਤ ਸਿੰਘ ਜਦੋਂ ਬਚਪਨ ਵਿੱਚ ਆਪਣੀ ਚਾਚੀਆਂ ਆਪਣੀਆਂ ਮਾਤਾ ਦੀਆਂ ਗੱਲਾਂ ਸੁਣਦੇ ਸਨ, ਇਹ ਵੀ ਮੰਨਿਆ ਜਾਂਦਾ ਕਿ ਉਹਨਾਂ ਉੱਤੇ ਉਹਨਾਂ ਦੀ ਚਾਚੀ ਹਰਨਾਮ ਕੌਰ ਦਾ ਬਹੁਤ ਪ੍ਰਭਾਵ ਸੀ, ਕਿਉਂਕਿ ਉਹਨਾਂ ਦੇ ਚਾਚਾ ਅਜੀਤ ਸਿੰਘ ਪਹਿਲਾਂ ਜੇਲ੍ਹ ਵਿੱਚ ਰਹੇ, ਫਿਰ ਕੁਝ ਸਮੇਂ ਬਾਅਦ ਹੀ ਉਹ ਦੇਸ਼ ਛੱਡ ਕੇ ਚਲੇ ਗਏ ਸੀ, ਜਿਹਦੇ ਕਰਕੇ ਉਹਨਾਂ ਦੀ ਚਾਚੀ ਜਿਹੜੀ ਸੀਗੀ ਮਤਲਬ ਇੱਕ ਤਰ੍ਹਾਂ ਨਾਲ ਉਹ ਉਹਨਾਂ ਨੂੰ ਯਾਦ ਕਰਕੇ ਇਹ ਮੰਨਿਆ ਜਾਂਦਾ ਕਿ ਉਹ ਰੋਂਦੀ ਰਹਿੰਦੀ ਸੀ। ਤੇ ਉਹਨਾਂ ਦੇ ਦੁੱਖ, ਉਸਦੇ ਦੁੱਖ ਨੂੰ ਦੇਖ ਕੇ ਜਿਹੜਾ ਭਗਤ ਸਿੰਘ ਦੇ ਬਾਲ ਮਨ ਦੇ ਉੱਤੇ ਅੰਗਰੇਜ਼ਾਂ ਪ੍ਰਤੀ ਬਹੁਤ ਜ਼ਿਆਦਾ ਇੱਕ ਤਰ੍ਹਾਂ ਨਾਲ ਨਫ਼ਰਤ ਪੈਦਾ ਹੋਈ ਤੇ ਬਹੁਤ ਹੀ ਜ਼ਿਆਦਾ ਪ੍ਰਭਾਵ ਪਿਆ ਗੁਲਾਮੀ ਦਾ, ਜਿਹਦੇ ਕਰਕੇ ਇਹ ਵੀ ਮੰਨਿਆ ਜਾਂਦਾ ਹੈ ਬਹੁਤ ਸਾਰੇ ਲੋਕਾਂ ਦੁਆਰਾ ਉਨੀਆਂ ਬੰਦੂਕਾਂ ਬੀਜਣ ਵਾਲੀ ਕਹਾਣੀ ਸੁਣਾਈ ਜਾਂਦੀ ਹੈ ਕਿ ਉਹ ਬਚਪਨ ਵਿੱਚ ਹੀ ਅੰਗਰੇਜ਼ਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀਆਂ ਜਿਹੜੀਆਂ ਉਹ ਗੱਲਾਂ ਕਰਨ ਲੱਗ ਗਿਆ ਸੀਗਾ। ਜਿਸ ਸਮੇਂ ਭਗਤ ਸਿੰਘ ਦਾ ਬਚਪਨ ਸੀ, ਉਸ ਸਮੇਂ ਜਾਂ ਜਿਉਂ-ਜਿਉਂ ਭਗਤ ਸਿੰਘ ਵੱਡਾ ਹੋ ਰਿਹਾ ਸੀ, ਉਸ ਸਮੇਂ ਦੇਸ਼ ਵਿਦੇਸ਼ ਦੇ ਵਿੱਚ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਸੀਗੀਆਂ। ਉਹਦੇ ਵਿੱਚ 1912 ਦੇ ਵਿੱਚ ਕਾਮਾਗਾਟਾ ਮਾਰੂ ਦੀ ਘਟਨਾ ਵਾਪਰਦੀ ਹੈ, ਕਿਉਂਕਿ ਘਰ ਵਿੱਚ ਰਾਜ ਸੀ ਤੇ ਮਤਲਬ ਸਮਾਜਿਕ ਵਿਚਾਰਾਂ ਦੀ ਗੱਲ ਕੀਤੀ ਜਾਂਦੀ ਸੀ ਤੇ ਅਜਿਹੀਆਂ ਘਟਨਾਵਾਂ ਨੂੰ ਭਗਤ ਸਿੰਘ ਆਪਣੇ ਪਿਤਾ, ਦਾਦਾ ਤੇ ਚਾਚਾ ਕੋਲੋਂ ਆਮ ਤੌਰ ਤੇ ਸੁਣਦੇ ਰਹਿੰਦੇ ਸਨ। ਤੇ ਇਹਦੇ ਵਿੱਚੋਂ ਹੀ 1913 ਦੇ ਵਿੱਚ ਗਦਰ ਪਾਰਟੀ ਦਾ ਵੀ ਜਨਮ ਹੁੰਦਾ ਹੈ ਤੇ ਗਦਰ ਲਹਿਰ ਦੇ ਇੱਕ ਤਰ੍ਹਾਂ ਨਾਲ ਮਸ਼ਹੂਰ ਨਾਇਕ ਕਰਤਾਰ ਸਿੰਘ ਸਰਾਭਾ ਦਾ ਭਗਤ ਸਿੰਘ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਸੀ। ਇਹ ਮੰਨਿਆ ਜਾਂਦਾ ਕਿ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਨਾਇਕ ਮੰਨਦੇ ਸਨ, ਆਪਣਾ ਪ੍ਰੇਰਨਾ ਸਰੋਤ, ਗੁਰੂ ਤੇ ਮਿੱਤਰ ਮੰਨਦੇ ਸਨ ਤੇ ਉਹਨਾਂ ਦੀ ਛੋਟੀ ਜਿਹੀ ਫੋਟੋ ਉਹ ਹਮੇਸ਼ਾ ਆਪਣੀ ਜੇਬ ਵਿੱਚ ਰੱਖਦੇ ਸਨ। ਭਗਤ ਸਿੰਘ ਨੂੰ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਸੀ। ਉਹਨਾਂ ਦਾ ਦਾਖਲਾ DAV ਸਕੂਲ ਵਿੱਚ ਕਰਾਇਆ ਗਿਆ। ਉੱਥੇ ਵੀ ਭਗਤ ਸਿੰਘ ਨੇ ਇੱਕ ਸਿੱਖਿਆ ਦੇ ਤੌਰ ਤੇ ਵੀ ਦੇਸ਼ ਨੂੰ ਬਚਾਉਣ ਲਈ ਕਿਸ ਤਰ੍ਹਾਂ ਕੰਮ ਕੀਤਾ ਜਾਣਾ ਚਾਹੀਦਾ ਹੈ, ਇਸ ਚੀਜ਼ ਨੂੰ ਅੱਗੇ ਰੱਖ ਕੇ ਉਹਨਾਂ ਨੇ ਆਪਣੀ ਸਿੱਖਿਆ ਪ੍ਰਾਪਤ ਕਰਨੀ ਸ਼ੁਰੂ ਕੀਤੀ ਤੇ ਉਸ ਵੱਲ ਨੂੰ ਕਿਤਾਬਾਂ ਪੜ੍ਹਨ ਵੱਲ ਆਪਣਾ ਧਿਆਨ ਵਧੇਰੇ ਦਿੱਤਾ। ਭਗਤ ਸਿੰਘ ਦਾ ਜਦੋਂ ਅਸੀਂ 1913 ਦੇ ਵਿੱਚ ਗਦਰ ਪਾਰਟੀ ਬਣਦੀ ਹੈ ਤੇ ਉਸ ਗਦਰ ਫੇਲ ਹੋ ਜਾਂਦਾ ਗਾ ਤੇ ਉਸ ਤੋਂ ਬਾਅਦ 1917 ਦੇ ਵਿੱਚ ਰੂਸੀ ਇਨਕਲਾਬ ਹੁੰਦਾ ਹੈ, ਜਿਹਦੇ ਕਰਕੇ ਭਗਤ ਸਿੰਘ ਘੱਟੋ ਘੱਟ ਉਸ ਸਮੇਂ 10 ਸਾਲ ਦੀ ਉਹਨਾਂ ਦੀ ਉਮਰ ਸੀ ਤੇ ਉਹਨਾਂ ਦੇ ਉੱਤੇ ਇਸ ਇਨਕਲਾਬ ਦਾ ਜਿਵੇਂ ਸੰਸਾਰ ਪੱਧਰ ਦੇ ਉੱਤੇ ਲੋਕਾਂ 'ਤੇ ਪ੍ਰਭਾਵ ਪਿਆ ਤੇ ਇਸ ਇਨਕਲਾਬ ਦਾ ਪ੍ਰਭਾਵ ਭਗਤ ਸਿੰਘ 'ਤੇ ਵੀ ਪਿਆ ਤੇ ਉਹ ਮਾਰਕਸਵਾਦ ਦੇ ਜਿਹੜੇ ਫਲਸਫੇ ਵੱਲ ਖਿੱਚੇ ਗਏ। ਭਗਤ ਸਿੰਘ ਨੇ ਉਸ ਤੋਂ ਬਾਅਦ 1919 ਦੇ ਵਿੱਚ ਉਸ ਸਮੇਂ ਭਗਤ ਸਿੰਘ ਦੀ ਉਮਰ ਲਗਭਗ 12 ਸਾਲ ਸੀ। ਖੂਨੀ ਸਾਕਾ ਜਲਿਆਂਵਾਲਾ ਬਾਗ ਵਾਪਰਿਆ ਤੇ ਇਹ ਮੰਨਿਆ ਜਾਂਦਾ ਕਿ ਭਗਤ ਸਿੰਘ ਉੱਥੇ ਵਾਪਰੇ ਹੋਏ ਸਾਕੇ ਦੇ ਵਿੱਚੋਂ ਲੋਕਾਂ ਦੇ ਖੂਨ ਨਾਲ ਲੱਥਪੱਥ ਹੋਈ ਮਿੱਟੀ ਆਪਣੇ ਨਾਲ ਲੈ ਕੇ ਆਏ ਤੇ ਜਿਸ ਕਰਕੇ ਇਹ ਵੀ ਕਿਹਾ ਜਾਂਦਾ ਕਿ ਉਹਨਾਂ ਨੇ ਇੱਕ ਸਹੁੰ ਖਾਧੀ ਕਿ ਮੈਂ ਇਹਨਾਂ ਅੰਗਰੇਜ਼ਾਂ ਤੋਂ ਆਪਣੇ ਦੇਸ਼ ਨੂੰ ਆਜ਼ਾਦ ਜ਼ਰੂਰ ਕਰਾਵਾਂਗਾ। ਤੇ ਇਹ ਜਦੋਂ ਸਾਰੀਆਂ ਘਟਨਾਵਾਂ ਵਾਪਰਦੀਆਂ ਨੇਗੀਆਂ, ਗਦਰ ਪਾਰਟੀ ਦਾ ਬਣਨਾ, ਰੂਸ ਦਾ ਇਨਕਲਾਬ, 1919 ਦੀ ਜਲਿਆਂਵਾਲੇ ਬਾਗ ਦੀ ਘਟਨਾ, ਇਹ ਸਾਰੀਆਂ ਘਟਨਾਵਾਂ ਭਗਤ ਸਿੰਘ ਦੀ ਸ਼ਖਸੀਅਤ ਨੂੰ ਬਣਾਉਣ ਤੇ ਉਭਾਰਨ ਵਿੱਚ ਵੱਡਾ ਰੋਲ ਅਦਾ ਕਰਦੀਆਂ ਨੇਗੀਆਂ। ਤੇ ਜਦੋਂ ਹੀ ਖੂਨੀ ਸਾਕੇ ਤੋਂ ਪਹਿਲਾਂ ਰੋਲਟ ਐਕਟ ਦਾ ਵਿਰੋਧ ਹੋ ਰਿਹਾ ਸੀਗਾ ਪੂਰੇ ਭਾਰਤ ਦੇ ਵਿੱਚ, ਉਸ ਸਮੇਂ ਲਾਹੌਰ ਸੀਗਾ ਜਿਹੜਾ ਉਹ ਰਾਜਸੀ ਤੇ ਸਿਆਸੀ ਸਰਗਰਮੀਆਂ ਦਾ ਕੇਂਦਰ ਸੀ ਬਣਿਆ ਹੋਇਆ ਸੀਗਾ। ਲਾਹੌਰ ਦੇ ਵਿੱਚ ਭਗਤ ਸਿੰਘ ਪੜ੍ਹ ਰਿਹਾ ਸੀ ਉਸ ਸਮੇਂ
ਜਿਸ ਉਸ ਸਮੇਂ ਬਹੁਤ ਸਾਰੇ ਲੋਕਾਂ ਨੇ ਰੋਲਟ ਐਕਟ ਦਾ ਵਿਰੋਧ ਕਰਨ ਲਈ ਲਾਹੌਰ ਦੇ ਵਿੱਚ ਔਰਤਾਂ ਨੇ ਲੰਗਰ ਬਣਾ ਕੇ ਭੇਜੇ ਤਾਂ ਕਿ ਦੁਕਾਨਾਂ ਬੰਦ ਰੱਖੀਆਂ ਜਾਣ ਤੇ ਲੋਕਾਂ ਨੂੰ ਰੋਟੀ ਪਾਣੀ ਦੀ ਦਿੱਕਤ ਨਾ ਆਵੇ। ਮਤਲਬ ਇਸ ਤਰ੍ਹਾਂ ਲੋਕਾਂ ਨੇ ਇਕੱਠੇ ਹੋ ਕੇ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਅੰਦੋਲਨ ਸ਼ੁਰੂ ਕੀਤਾ ਹੋਇਆ ਸੀ ਤੇ ਇਹਦੇ ਨਾਲ ਹੀ 1920 ਦੇ ਵਿੱਚ ਗਾਂਧੀ ਜੀ ਨੇ, ਮਹਾਤਮਾ ਗਾਂਧੀ ਜੀ ਨੇ ਨਾ ਮਿਲਵਰਤਨ ਅੰਦੋਲਨ ਚਲਾਇਆ। ਇਸ ਨਾ ਮਿਲਵਰਤਨ ਅੰਦੋਲਨ ਦਾ ਭਗਤ ਸਿੰਘ ਉੱਤੇ ਵੀ ਬਹੁਤ ਪ੍ਰਭਾਵ ਸੀ, ਉਹਨਾਂ ਦੇ ਪੂਰੇ ਪਰਿਵਾਰ 'ਤੇ ਬਹੁਤ ਪ੍ਰਭਾਵ ਸੀ, ਜਿਹਦੇ ਕਰਕੇ ਉਹਨਾਂ ਨੇ ਵੀ ਉਸ ਅੰਦੋਲਨ ਦਾ ਸਮਰਥਨ ਕੀਤਾ। ਪਰ ਜਦੋਂ ਹੀ ਚੌਰਾ ਚੌਰੀ ਦੀ ਘਟਨਾ ਕਰਕੇ ਮਹਾਤਮਾ ਗਾਂਧੀ ਜੀ ਆਪਣਾ ਅੰਦੋਲਨ ਵਾਪਸ ਲੈ ਲੈਂਦੇ ਨੇ ਤਾਂ ਉੱਥੋਂ ਭਗਤ ਸਿੰਘ ਆਪਣਾ ਰਸਤਾ ਵੀ ਬਦਲ ਲੈਂਦੇ ਨੇ। ਉਹਨਾਂ ਨੂੰ ਲੱਗਦਾ ਕਿ ਕੁਝ ਅੰਗਰੇਜ਼ ਮਰਨ ਨਾਲ ਸਾਨੂੰ ਜਿਹੜਾ ਗਾ ਉਹ ਅੰਦੋਲਨ ਵਾਪਸ ਨਹੀਂ ਸੀ ਲੈਣਾ ਚਾਹੀਦਾ, ਕਿਉਂਕਿ ਉਹ ਲੱਖਾਂ ਭਾਰਤੀਆਂ ਨੂੰ ਗੁਲਾਮ ਬਣਾ ਰਹੇ ਆ, ਉਹਨਾਂ ਨੂੰ ਲੁੱਟ ਰਹੇ ਆ, ਉਹਨਾਂ ਨੂੰ ਮਾਰ ਰਹੇ ਆ। ਉਹਦੇ ਸਾਹਮਣੇ ਉਹ ਘਟਨਾ ਕੁਝ ਵੀ ਨਹੀਂ ਸੀਗੀ, ਜਿਸ ਕਰਕੇ ਭਗਤ ਸਿੰਘ ਤੇ ਮਹਾਤਮਾ ਗਾਂਧੀ ਦੇ ਜਿਹੜੇ ਵਿਚਾਰ ਨੇਗੇ ਉਹ ਅਲੱਗ-ਅਲੱਗ ਨੇਗੇ ਤੇ ਜਿਹੜਾ ਭਗਤ ਸਿੰਘ ਹੈਗਾ ਉਹ ਇੱਕ ਤਰ੍ਹਾਂ ਨਾਲ ਇਨਕਲਾਬੀ ਰਸਤਾ ਅਖਤਿਆਰ ਕਰ ਲੈਂਦੇ ਹੈਗੇ, ਮਹਾਤਮਾ ਗਾਂਧੀ ਦੀ ਵਿਚਾਰਧਾਰਾ ਤੋਂ ਹਟ ਗਏ। ਉਸ ਭਗਤ ਸਿੰਘ ਨੂੰ ਬਚਪਨ ਦੇ ਵਿੱਚ ਹੀ ਪੜ੍ਹਨ ਦਾ ਬਹੁਤ ਸ਼ੌਂਕ ਸੀਗਾ। ਉਹ ਇੱਕ ਖੁੱਲ੍ਹ ਕੇ ਜ਼ਿੰਦਗੀ ਜਿਉਣਾ ਚਾਹੁੰਦੇ ਸੀ। ਉਹਨਾਂ ਦਾ ਸੁਪਨਾ ਸੀ ਕਿ ਇੱਕ ਇਹੋ ਜਿਹਾ ਸਮਾਜ ਹੋਵੇ, ਇੱਕ ਇਹੋ ਜਿਹਾ ਭਾਰਤ ਹੋਵੇ ਜਿੱਥੇ ਗਰੀਬ ਅਮੀਰ ਦਾ ਪਾੜਾ ਨਾ ਹੋਵੇ, ਜਿਹਦੇ ਕਰਕੇ ਉਹ ਮਾਰਕਸਵਾਦ ਦਾ ਜਿਹੜਾ ਫਲਸਫਾ ਸੀ ਉਹ ਲੈਨਿਨ ਤੋਂ ਬਹੁਤ ਪ੍ਰਭਾਵਿਤ ਸੀ। ਮਾਰਕਸਵਾਦ ਦੇ ਫਲਸਫੇ ਨੂੰ ਉਹ ਭਾਰਤ ਵਿੱਚ ਲਾਗੂ ਕਰਨਾ ਚਾਹੁੰਦੇ ਸੀਗੇ। ਤੇ ਇਹ ਵੀ ਇੱਕ ਵਾਰੀ ਘਟਨਾ ਸੁਣਾਈ ਜਾਂਦੀ ਹੈ ਕਿ ਭਗਤ ਸਿੰਘ ਤੇ ਉਹਨਾਂ ਦਾ ਦੋਸਤ ਜਸ਼ਪਾਲ ਇੱਕ ਵਾਰ ਰਾਵੀ ਦੇ ਵਿੱਚ ਕਿਸ਼ਤੀ ਚਲਾ ਰਹੇ ਸੀ ਤੇ ਹੋਰ ਕੋਈ ਵੀ ਨਹੀਂ ਸੀ ਉਸ ਸਮੇਂ। ਜਸ਼ਪਾਲ ਤੇ ਭਗਤ ਸਿੰਘ ਨੇ ਆਪਸ 'ਚ ਦੇਸ਼ ਲਈ ਲੜਨ ਤੇ ਦੇਸ਼ ਨੂੰ ਆਜ਼ਾਦ ਕਰਾਉਣ ਦੀ ਸਹੁੰ ਖਾਧੀ ਸੀ ਤੇ ਇਸ ਕਰਕੇ ਉਹਨਾਂ ਨੂੰ ਮਤਲਬ ਉਹਨਾਂ ਦੇ ਹਰ ਇੱਕ ਉਹਦੇ ਵਿੱਚ ਇਸ ਤਰ੍ਹਾਂ ਉਹਨਾਂ ਦੇ ਰੋਮ ਰੋਮ ਵਿੱਚ ਵਸ ਗਿਆ ਸੀ ਕਿ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣਾ ਤੇ ਆਜ਼ਾਦ ਕਰਾ ਕੇ ਦੇਸ਼ ਦੀਆਂ ਜਿੰਨੀਆਂ ਸਮੱਸਿਆਵਾਂ ਨੇਗੀਆਂ ਲੋਕਾਂ ਦੀਆਂ, ਚਾਹੇ ਉਹ ਗਰੀਬੀ ਹੈ, ਬੇਰੁਜ਼ਗਾਰੀ ਹੈ, ਅਨਪੜ੍ਹਤਾ, ਨਾ ਬਰਾਬਰੀ ਹੈ, ਇਹ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰਕੇ ਇੱਕ ਨਵਾਂ ਸਮਾਜ ਬਣਾਉਣ ਦਾ ਸੁਪਨਾ ਭਗਤ ਸਿੰਘ ਦਾ ਸੀ। ਤੇ ਨਾਲ ਹੀ ਜਦੋਂ ਅਸੀਂ ਗੱਲ ਕਰਦੇ ਹਾਂ ਇਹਨਾਂ ਸੁਪਨਿਆਂ ਨੂੰ ਪੂਰਾ ਕਰਨ ਵੇਲੇ ਉਸ ਸਮੇਂ 1924 ਦੇ ਵਿੱਚ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦੀ ਸਥਾਪਨਾ ਹੁੰਦੀ ਹੈ ਕਾਨਪੁਰ ਦੇ ਵਿੱਚ। ਤੇ ਉਸੇ ਸਮੇਂ ਹੀ ਭਗਤ ਸਿੰਘ ਕਾਲਜ ਵਿੱਚ ਪੜ੍ਹ ਰਹੇ ਸੀਗੇ ਤੇ ਉਹ ਦਵਾਰਕਾ ਦਾਸ ਲਾਇਬ੍ਰੇਰੀ ਦੇ ਵਿੱਚ ਘੰਟਿਆਂ ਬੱਧੀ ਜਾ ਕੇ ਕਿਤਾਬਾਂ ਪੜ੍ਹਦੇ ਤੇ ਜਿਹੜਾ ਉੱਥੋਂ ਦਾ ਲਾਇਬ੍ਰੇਰੀਅਨ ਸੀ ਰਾਜਾ ਰਾਮ ਸ਼ਾਸਤਰੀ, ਉਹਨਾਂ ਨੇ ਉਹਨਾਂ ਨੂੰ ਨਵੀਆਂ ਕਿਤਾਬਾਂ ਦੇਣੀਆਂ ਤੇ ਨਾਲ ਹੀ ਉਹਨਾਂ ਨਵੇਂ ਨੌਜਵਾਨਾਂ ਨਾਲ ਮਿਲਵਾਉਣਾ ਜਿਹੜੇ ਉਹਨਾਂ ਵਰਗੀਆਂ ਕਿਤਾਬਾਂ ਪੜ੍ਹਨ ਤੇ ਦੇਸ਼ ਨੂੰ ਬਦਲਣ ਤੇ ਦੇਸ਼ ਵਿੱਚ ਕ੍ਰਾਂਤੀ ਕਰਨ ਦੇ ਇੱਛੁਕ ਹੁੰਦੇ ਸੀ। ਇਹਨਾਂ ਹੀ ਰਸਤਿਆਂ ਤੇ ਚੱਲ ਕੇ ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਅੱਗੇ ਨੌਜਵਾਨ ਭਾਰਤ ਸਭਾ ਦੀ 1926 ਦੇ ਵਿੱਚ ਸਥਾਪਨਾ ਕੀਤੀ ਤੇ ਨਾਲ ਹੀ ਉਹਦੇ ਵਿੱਚ ਜਿਹੜਾ ਉੱਥੋਂ ਦਾ ਲਾਇਬ੍ਰੇਰੀਅਨ ਸੀ ਉਹਦਾ ਇਹਦੇ ਵਿੱਚ ਬਹੁਤ ਜਿਹੜਾ ਸੀਗਾ ਯੋਗਦਾਨ ਰਿਹਾ ਸੀਗਾ। ਅਕਤੂਬਰ 1927 ਵਿੱਚ ਲਾਹੌਰ ਵਿੱਚ ਇੱਕ ਬੰਬ ਧਮਾਕਾ ਹੋਇਆ ਸੀ, ਜਿਸ ਕਰਕੇ ਭਗਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਉਸ ਸਮੇਂ ਉਸ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੇ ਪਿਤਾ ਨੇ 5 ਹਫ਼ਤਿਆਂ ਬਾਅਦ ਉਹਨਾਂ ਨੂੰ 60,000 ਰੁਪਏ ਦੀ ਜ਼ਮਾਨਤ ਦੇ ਕੇ ਰਿਹਾ ਕਰਵਾਇਆ ਸੀ ਤੇ ਪਰ ਨਾਲ ਹੀ ਉਹਨਾਂ ਨੇ ਭਗਤ ਸਿੰਘ ਨੂੰ ਉਹਦੇ ਰਸਤਿਓਂ ਮੋੜਨ ਵਾਸਤੇ ਉਹਨਾਂ ਦਾ ਵਿਆਹ ਕਰਨ ਦਾ ਜਿਹੜਾ ਮਨ ਬਣਾ ਲਿਆ ਸੀਗਾ। ਘਰਦਿਆਂ ਵੱਲੋਂ ਬਾਰ-ਬਾਰ ਇਸ ਚੀਜ਼ ਨੂੰ ਕਿਹਾ ਜਾਂਦਾ ਸੀ ਕਿ ਉਹਨਾਂ ਦਾ ਵਿਆਹ ਕਰ ਦਿੱਤਾ ਜਾਵੇ, ਜਿਸ ਕਰਕੇ ਭਗਤ ਸਿੰਘ ਘਰੋਂ ਭੱਜ ਕੇ ਪਹਿਲਾਂ ਦਿੱਲੀ ਚਲੇ ਗਏ, ਜਿੱਥੇ ਉਹਨਾਂ ਨੇ ਇੱਕ ਅਖਬਾਰ ਦੇ ਵਿੱਚ ਅਰਜੁਨ ਨਾਂ ਦਾ ਅਖਬਾਰ ਸੀ, ਉੱਥੇ ਉਹਨਾਂ ਨੇ ਬਿਨਾਂ ਪੈਸੇ ਲਈ ਕੰਮ ਕੀਤਾ ਤੇ ਉੱਥੋਂ ਥੋੜ੍ਹੇ ਦਿਨਾਂ ਬਾਅਦ ਹੀ ਉਹ ਕਾਨਪੁਰ ਚਲੇ ਗਏ ਸੀਗੇ। ਉਸ ਸਮੇਂ ਕਾਨਪੁਰ ਵੀ ਸਿਆਸੀ ਤੇ ਜਿਹੜਾ ਰਾਜਨੀਤਿਕ ਸਰਗਰਮੀਆਂ ਦਾ ਵੱਡਾ ਕੇਂਦਰ ਸੀਗਾ
ਤੇ ਨਾਲ ਹੀ ਜਦੋਂ ਅਸੀਂ ਉੱਥੇ ਜਾ ਕੇ ਉਹਨੇ ਕਾਨਪੁਰ ਦੇ ਵਿੱਚ ਪ੍ਰਤਾਪ ਪੱਤਰ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਤੇ ਇੱਥੇ ਹੀ ਉਹਨਾਂ ਨੂੰ ਕਾਨਪੁਰ ਦੇ ਵਿੱਚ ਬਟੁਕੇਸ਼ਵਰ ਦੱਤ, ਸ਼ਿਵ ਵਰਮਾ ਤੇ ਹੋਰ ਬਹੁਤ ਸਾਰੇ ਜਿਹੜੇ ਭਗਵਤੀ ਚਰਨ ਵੋਰਾ ਤੇ ਹੋਰ ਬਹੁਤ ਸਾਰੇ ਚੰਦਰ ਸ਼ੇਖਰ ਆਜ਼ਾਦ, ਬਹੁਤ ਸਾਰੇ ਜਿਹੜੇ ਇਨਕਲਾਬੀ ਸੀਗੇ ਉਹਨਾਂ ਨਾਲ ਉਹਨਾਂ ਦੀ ਇੱਥੇ ਹੀ ਮੁਲਾਕਾਤ ਹੋਈ ਸੀ। ਤੇ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦੇ ਮੈਂਬਰ ਸੀਗੇ ਇਹ ਸਾਰੇ ਸਾਥੀ ਤੇ ਚੰਦਰ ਸ਼ੇਖਰ ਆਜ਼ਾਦ ਇਸ ਪਾਰਟੀ ਦਾ ਕਰਤਾ ਧਰਤਾ ਸੀ। ਇੱਥੇ ਹੀ ਭਗਤ ਸਿੰਘ ਨੇ 1927 ਦੇ ਵਿੱਚ ਕਕੋਰੀ ਕਾਂਡ ਨਾਲ ਸੰਬੰਧਿਤ ਇੱਕ ਲੇਖ ਲਿਖਿਆ ਸੀਗਾ ਤੇ ਇਹ ਲੇਖ ਉਹਨਾਂ ਨੇ ਵਿਦਰੋਹੀ ਨਾਂ ਹੇਠ ਲਿਖਿਆ ਸੀਗਾ। ਜਦੋਂ ਇਹ ਲੇਖ ਛਪਿਆ ਤਾਂ ਅੰਗਰੇਜ਼ਾਂ ਨੇ ਉਹਨੂੰ ਗ੍ਰਿਫਤਾਰ ਕਰ ਲਿਆ, ਪਰ ਜੇਲ੍ਹ ਵਿੱਚ ਚੰਗੇ ਵਿਵਹਾਰ ਕਰਕੇ ਤੇ ਉਹਦੇ ਖਿਲਾਫ ਕੁਝ ਹੋਰ ਸਬੂਤ ਨਾ ਹੋਣ ਕਰਕੇ ਉਹਨਾਂ ਨੇ ਜਲਦੀ ਹੀ ਉਹਨੂੰ ਰਿਹਾ ਕਰਤਾ ਸੀ। 1927 ਵਿੱਚ ਜਦੋਂ ਭਾਰਤ ਵਿੱਚ ਸਾਈਮਨ ਕਮਿਸ਼ਨ ਦਾ ਵਿਰੋਧ ਹੋ ਰਿਹਾ ਸੀ, ਹਰ ਪਾਸੇ ਸਾਈਮਨ ਕਮਿਸ਼ਨ ਗੋ ਬੈਕ ਦੇ ਨਾਅਰੇ ਲੱਗ ਰਹੇ ਸੀ ਤੇ ਉਸ ਜਲੂਸ ਦਾ ਜਿਹੜਾ ਹੈਗਾ ਅਗਵਾਈ ਲਾਲਾ ਲਾਜਪਤ ਰਾਏ ਕਰ ਰਹੇ ਸੀ ਤੇ ਉਸ ਜਲੂਸ ਵਿੱਚ ਭਗਤ ਸਿੰਘ ਤੇ ਉਹਦੇ ਸਾਥੀ ਵੀ ਸ਼ਾਮਲ ਸੀ। ਤਾਂ ਸਰਕਾਰ ਨੇ ਉਹਨਾਂ 'ਤੇ ਲਾਠੀ ਚਾਰਜ ਕਰਾਇਆ, ਜਿਹਦੇ ਵਿੱਚ ਜਿਹੜਾ ਸਕਾਟ ਹੈਗਾ ਉਹ ਲਾਠੀ ਚਾਰਜ ਕਰਨ ਦਾ ਹੁਕਮ ਦਿੰਦਾ ਗਾ ਤੇ ਸਾਂਡਰਸ ਨੇ ਇੰਨਾ ਜ਼ਿਆਦਾ ਮਤਲਬ ਉਹਨਾਂ 'ਤੇ ਲਾਠੀਆਂ ਵਰਾਈਆਂ ਲਾਲਾ ਲਾਜਪਤ ਰਾਏ 'ਤੇ ਕਿ ਉਹਨਾਂ ਦੀ ਬਾਅਦ ਵਿੱਚ ਮੌਤ ਹੋ ਜਾਂਦੀ ਹੈਗੀ। ਤੇ ਇਸ ਕਰਕੇ ਉਹਨਾਂ ਦੀ ਮੌਤ ਤੋਂ ਤੁਰੰਤ ਬਾਅਦ ਲੋਕਾਂ ਵਿੱਚ ਗੁੱਸਾ ਇੰਨਾ ਜ਼ਿਆਦਾ ਫੈਲ ਜਾਂਦਾ ਗਾ ਕਿ ਭਗਤ ਸਿੰਘ ਤੇ ਉਹਦੇ ਸਾਥੀ ਵੀ ਲਾਲਾ ਲਾਜਪਤ ਰਾਏ ਦੀ ਜਿਹੜੀ ਮੌਤ ਹੈ ਉਹਦਾ ਬਦਲਾ ਲੈਣਾ ਚਾਹੁੰਦੇ ਸੀ। 10 ਦਸੰਬਰ 1927 ਨੂੰ ਸਾਰੇ ਕ੍ਰਾਂਤੀਕਾਰੀਆਂ ਨੇ ਇੱਕ ਮੀਟਿੰਗ ਬੁਲਾਈ ਉਹਨਾਂ ਦੇ ਸਾਥੀਆਂ ਨੇ ਤੇ ਇਸ ਮੀਟਿੰਗ ਦੀ ਜਿਹੜੀ ਕਾਰਵਾਈ ਹੈ ਉਹ ਦੁਰਗਾ ਦੇਵੀ ਨਾਂ ਦੀ ਇੱਕ ਔਰਤ ਨੇ ਚਲਾਈ ਤੇ ਇਸ ਮੀਟਿੰਗ ਦੇ ਵਿੱਚ ਲਾਲਾ ਲਾਜਪਤ ਰਾਏ ਦੀ ਜਿਹੜੀ ਮੌਤ ਹੈ ਉਹਦਾ ਬਦਲਾ ਲੈਣ ਦਾ ਫੈਸਲਾ ਕੀਤਾ ਗਿਆ ਕਿ ਇਹ ਬਦਲਾ ਲੈਣ ਲਈ ਸਕਾਟ ਨੂੰ ਮਾਰਿਆ ਜਾਵੇ ਤੇ ਸਕਾਟ ਨੂੰ ਮਾਰਨ ਲਈ, ਉਸ ਅੰਗਰੇਜ਼ ਅਧਿਕਾਰੀ ਨੂੰ ਮਾਰਨ ਲਈ ਉਹਨਾਂ ਨੇ ਭਗਤ ਸਿੰਘ ਤੇ ਹੋਰ ਜਿਹੜੇ ਉਹਨਾਂ ਦੇ ਸਾਥੀ ਸੀਗੇ ਉਹਨਾਂ ਦੀ ਇੱਕ ਤਰ੍ਹਾਂ ਨਾਲ ਡਿਊਟੀ ਲਗਾਈ। ਉਹਦੇ ਵਿੱਚ ਉਹਨਾਂ ਨਾਲ ਰਾਜਗੁਰੂ ਚੰਦਰ ਸ਼ੇਖਰ ਆਜ਼ਾਦ ਵੀ ਸ਼ਾਮਲ ਸੀਗੇ। ਉਹ ਇਸ ਦਾ ਬਦਲਾ ਲੈ ਕੇ ਇੱਕ ਤਰ੍ਹਾਂ ਨਾਲ ਅੰਗਰੇਜ਼ ਸਰਕਾਰ ਨੂੰ ਹਿਲਾਉਣਾ ਚਾਹੁੰਦੇ ਸੀ ਤੇ ਯੋਜਨਾ ਅਨੁਸਾਰ ਭਗਤ ਸਿੰਘ ਤੇ ਰਾਜਗੁਰੂ ਨੂੰ ਇਹਦੀ ਜ਼ਿੰਮੇਵਾਰੀ ਸੌਂਪੀ ਗਈ ਤੇ ਚੰਦਰ ਸ਼ੇਖਰ ਆਜ਼ਾਦ ਉਹਨਾਂ ਦਾ ਸਾਥ ਦੇਣ ਲਈ ਨਾਲ ਮੌਜੂਦ ਸੀ ਤੇ ਨਾਲ ਹੀ ਉਹਨਾਂ ਨੇ ਆਪਣੇ ਇੱਕ ਹੋਰ ਸਾਥੀ ਜੈ ਗੋਪਾਲ ਨੂੰ ਉਹਦੀ ਸਕਾਟ ਨੂੰ ਪਹਿਚਾਨਣ ਦੀ ਜ਼ਿੰਮੇਵਾਰੀ ਲਈ। ਪਰ ਰੌਚਕ ਗੱਲ ਇਹ ਹੈਗੀ ਕਿ ਜੈ ਗੋਪਾਲ ਨੇ ਖੁਦ ਵੀ ਕਦੇ ਸਕਾਟ ਨੂੰ ਨਹੀਂ ਦੇਖਿਆ ਸੀ, ਜਿਸ ਕਰਕੇ ਜਦੋਂ ਹੀ ਸਾਂਡਰਸ ਆਉਂਦਾ ਗਾ ਉਹ ਉਹਨੂੰ ਸਕਾਟ ਸਮਝ ਲੈਂਦਾ ਗਾ ਤੇ ਉਹ ਮਾਰਨ ਦਾ ਇਸ਼ਾਰਾ ਕਰਦਾ ਗਾ। ਪਰ ਉਹਨਾਂ ਨੂੰ ਬਿਲਕੁਲ ਉਸੇ ਸਮੇਂ ਹੀ ਪਤਾ ਲੱਗਦਾ ਗਾ ਕਿ ਇਹ ਸਕਾਟ ਨਹੀਂ, ਇਹ ਸਾਂਡਰਸ ਹੈ। ਪਰ ਉਦੋਂ ਤੱਕ ਉਹ ਰਾਜਗੁਰੂ ਗੋਲੀ ਮਾਰ ਚੁੱਕਿਆ ਹੁੰਦਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਕੋਲੇ ਹੋਰ ਕੋਈ ਰਸਤਾ ਨਹੀਂ ਬਚਦਾ ਤੇ ਭਗਤ ਸਿੰਘ ਵੀ ਉਹਨੂੰ ਗੋਲੀਆਂ ਮਾਰ ਕੇ ਤੇ ਨਾਲ ਆਪਣੇ ਸਾਥੀਆਂ ਨਾਲ ਲੰਘ ਜਾਂਦਾ ਤੇ ਉਸ ਸਮੇਂ ਉਹਨਾਂ ਦਾ ਪਿੱਛਾ ਇੱਕ ਚੰਨਣ ਸਿੰਘ ਨਾਂ ਦਾ ਜਿਹੜਾ ਹੋਮਗਾਰਡ ਸੀ ਉਹ ਵੀ ਕਰਦਾ ਗਾ, ਜਿਹਦੇ ਕਰਕੇ ਉਹ ਉਹਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਕਿ ਸਾਡਾ ਭਾਰਤੀਆਂ ਨਾਲ ਕੋਈ ਵਿਰੋਧ ਨਹੀਂ ਹੈਗਾ, ਸਾਡਾ ਵਿਰੋਧ ਸਿਰਫ ਅੰਗਰੇਜ਼ਾਂ ਨਾਲ ਹੈਗਾ। ਪਰ ਉਹ ਉਹਨਾਂ ਦਾ ਪਿੱਛਾ ਕਰਨੋਂ ਨਹੀਂ ਹਟਦਾ, ਜਿਹਦੇ ਕਰਕੇ ਉਹਨੂੰ ਵੀ ਗੋਲੀ ਮਾਰ ਕੇ ਮਾਰ ਦਿੰਦੇ ਨੇਗੇ। ਇਹ ਜਿਹੜਾ ਸਾਰਾ ਵਾਕਿਆ ਹੋਇਆ ਸੀ ਇਹ ਉਸ ਸਮੇਂ ਲਾਹੌਰ ਦੇ ਵਿੱਚ ਜਿਹੜਾ ਜੇਲ੍ਹ ਦੇ ਥਾਣੇ ਦੇ ਕੋਲ ਜਿਹੜਾ ਹੋਸਟਲ ਸੀ ਉੱਥੋਂ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਆਪਣੀਆਂ ਖਿੜਕੀਆਂ ਵਿੱਚ ਦੀ ਦੇਖਿਆ ਤੇ ਉਹਨਾਂ ਵਿੱਚੋਂ ਇੱਕ ਫੈਜ਼ ਅਹਿਮਦ ਫੈਜ਼ ਜੋ ਬਾਅਦ ਵਿੱਚ ਬਹੁਤ ਨਾਮੀ ਸ਼ਾਇਰ ਹੋਏ, ਉਹਨਾਂ ਨੇ ਵੀ ਇਹ ਵਾਕਿਆ ਆਪਣੀਆਂ ਅੱਖਾਂ ਨਾਲ ਵੇਖਿਆ ਸੀ। ਤੇ ਇਸ ਤੋਂ ਬਾਅਦ ਜਦੋਂ ਉਹ ਸਾਰੇ ਕਿਤੇ ਹਲਬਲੀ ਮਚ ਜਾਂਦੀ ਹੈਗੀ ਸਾਂਡਰਸ ਦੇ ਕਤਲ ਤੋਂ ਬਾਅਦ, ਉਸ ਸਮੇਂ ਲਾਹੌਰ ਦੇ ਚੱਪੇ ਚੱਪੇ ਦੇ ਉੱਤੇ ਜਿਹੜੀ ਪੁਲਿਸ ਹੈ ਉਹ ਤਾਇਨਾਤ ਹੁੰਦੀ ਹੈਗੀ ਉਹਨਾਂ ਨੂੰ ਫੜਨ ਵਾਸਤੇ। ਪਰ
ਭਗਤ ਸਿੰਘ ਆਪਣਾ ਚਿਹਰਾ ਮੋਹਰਾ ਸਭ ਬਦਲ ਲੈਂਦੇ ਆ। ਉਹ ਆਪਣੀ ਵਾਲ ਕਟਵਾ ਕੇ ਆਪਣੀ ਦਿੱਖ ਨੂੰ ਇੱਕ ਅੰਗਰੇਜ਼ ਵਜੋਂ ਜਿਹੜਾ ਗਾ ਬਦਲ ਕੇ ਤੇ ਆਪਣੀ ਨਾਲ ਦੁਰਗਾ ਭਾਬੀ ਵੀ ਇੱਕ ਅੰਗਰੇਜ਼ ਵੱਲੋਂ ਸਾੜੀ ਪਾ ਕੇ ਤੇ ਉੱਚੀ ਹੱਡੀ ਦੇ ਸੈਂਡਲ ਪਾ ਕੇ ਬਿਲਕੁਲ ਆਪਣੇ 3 ਸਾਲ ਦੇ ਬੱਚੇ ਨੂੰ ਇਹ ਕਲਾਸ ਜਿਹੜੀ ਹੈਗੀ ਟ੍ਰੇਨ ਦੇ ਇਹ ਕਲਾਸ ਡੱਬੇ ਦੇ ਵਿੱਚੋਂ ਸਫ਼ਰ ਕਰਦੇ ਨੇਗੇ। ਤੇ ਉਸ ਸਮੇਂ ਜਿਸ ਸਮੇਂ ਉਹ ਦੇਹਰਾਦੂਨ ਐਕਸਪ੍ਰੈਸ ਵਿੱਚ ਬੈਠ ਰਹੇ ਹੁੰਦੇ ਹੈਗੇ ਉਸ ਸਮੇਂ ਘੱਟ ਤੋਂ ਘੱਟ 500 ਜਿਹੜੇ ਪੁਲਿਸ ਕਰਮਚਾਰੀ ਉੱਥੇ ਮੌਜੂਦ ਹੁੰਦੇ ਨੇਗੇ, ਜਿਹਦੇ ਵਿੱਚ ਉਹ ਸਾਂਡਰਸ ਦੇ ਜਿਹੜੇ ਕਤਲ ਕਰਨ ਵਾਲੇ ਆ ਉਹਨਾਂ ਨੂੰ ਉਹ ਲੱਭ ਰਹੇ ਹੁੰਦੇ ਹੈਗੇ। ਤੇ ਨਾਲ ਹੀ ਜਿਹੜਾ ਰਾਜਗੁਰੂ ਹੈਗਾ ਉਹ ਵੀ ਉਹਨਾਂ ਨਾਲ 3rd ਕਲਾਸ ਵਿੱਚ ਇੱਕ ਉਹਨਾਂ ਦਾ ਨੌਕਰ ਦੇ ਵਜੋਂ ਜਿਹੜਾ ਗਾ ਉਹ ਸਫ਼ਰ ਕਰਦੇ ਆ। ਤੇ ਉਹ ਫਿਰ ਉੱਥੋਂ ਲਾਹੌਰ ਤੋਂ ਕਲਕੱਤੇ ਚਲੇ ਜਾਂਦੇ ਨੇਗੇ। ਤੇ ਕਲਕੱਤਾ ਜਾ ਕੇ ਉਹ ਕਲਕੱਤੇ ਤੋਂ ਨਾਲ ਦੀ ਨਾਲ ਉਹ ਫਿਰ ਆਗਰਾ ਜਾਂਦੇ ਨੇਗੇ। ਆਗਰਾ 'ਚ ਉਹ ਇੱਕ ਹੀਂਗ ਕੀ ਮੰਡੀ ਮਤਲਬ ਜਿਹੜਾ ਉੱਥੇ ਮੁਹੱਲਾ ਗਾ ਉੱਥੇ ਉਹ 2 ਘਰ ਕਿਰਾਏ ਦੇ ਉੱਤੇ ਲੈਂਦੇ ਨੇਗੇ। ਤੇ ਉਹਨਾਂ ਘਰਾਂ ਦੇ ਵਿੱਚ ਰਹਿੰਦੇ ਹੋਏ ਉਹ ਬਹੁਤ ਸਾਰੀਆਂ ਕਿਤਾਬਾਂ ਪੜ੍ਹਦੇ ਨੇ, ਯੋਜਨਾਵਾਂ ਬਣਾਉਂਦੇ ਨੇ ਤੇ ਹੋਰ ਉੱਥੇ ਉਹ ਆਲੇ ਦੁਆਲੇ ਬਹੁਤ ਸਾਰੀਆਂ ਬੰਬ ਦੀਆਂ ਫੈਕਟਰੀਆਂ ਬਾਰੇ ਵੀ ਜਿਹੜਾ ਗਾ ਉਹ ਸਰਚ ਕਰਦੇ ਨੇਗੇ। ਤੇ ਨਾਲ ਹੀ ਉਹ ਸਾਂਡਰਸ ਦੇ ਕਤਲ ਦਾ ਕੀ ਪ੍ਰਭਾਵ ਪਿਆ ਉਸ ਚੀਜ਼ ਦੇ ਉੱਤੇ ਵੀ ਰਿਵਿਊ ਕਰਦੇ ਨੇਗੇ, ਜਿਹਦੇ ਵਿੱਚੋਂ ਉਹਨਾਂ ਨੂੰ ਲੱਗਦਾ ਕਿ ਇੱਕਾ ਦੁੱਕਾ ਅੰਗਰੇਜ਼ਾਂ ਨੂੰ ਮਾਰ ਕੇ ਉਹ ਆਜ਼ਾਦੀ ਹਾਸਲ ਨਹੀਂ ਕਰ ਸਕਦੇ ਹੈਗੇ। ਤੇ ਇੱਥੋਂ ਹੀ ਉਹ ਆਪਣੀਆਂ ਜਿਹੜੀਆਂ ਯੋਜਨਾਵਾਂ ਨੇਗੀਆਂ ਉਹ ਬਦਲ ਦਿੰਦੇ ਨੇਗੇ। ਤੇ ਨਾਲ ਹੀ ਉਹ ਨਾਰਥ ਇੰਡੀਆ ਦੇ ਸਾਰੇ ਇਨਕਲਾਬੀਆਂ ਨੂੰ ਲੈ ਕੇ 8 ਤੇ 9 ਸਤੰਬਰ 1928 ਨੂੰ ਇੱਕ ਮੀਟਿੰਗ ਰੱਖਦੇ ਨੇਗੇ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਪਾਰਟੀ ਦੀ। ਤੇ ਜਦੋਂ ਉਹ ਇਸ ਮੀਟਿੰਗ ਦੇ ਵਿੱਚ ਉਹ ਤੈਅ ਕਰਦੇ ਨੇਗੇ ਕਿ ਇਸ ਤੋਂ ਬਾਅਦ ਇਸ ਪਾਰਟੀ ਦਾ ਮਕਸਦ ਸਿਰਫ ਆਜ਼ਾਦੀ ਦਿਵਾਉਣਾ ਨਹੀਂ ਹੈ, ਉਹ ਇਹ ਨਹੀਂ ਸੀ ਚਾਹੁੰਦੇ ਕਿ ਭਾਰਤ ਵਿੱਚ ਸੱਤਾ ਪਰਿਵਰਤਨ ਹੋ ਜੇ, ਇੱਥੋਂ ਗੋਰੇ ਅੰਗਰੇਜ਼ ਚਲੇ ਜਾਣ ਤੇ ਕਾਲੇ ਅੰਗਰੇਜ਼ ਉਹਨਾਂ ਦੀ ਥਾਂ ਬੈਠ ਜਾਣ। ਭਗਤ ਸਿੰਘ ਤੇ ਉਹਦੇ ਸਾਥੀਆਂ ਦਾ ਸੁਪਨਾ ਇਹ ਸੀ ਕਿ ਜਦੋਂ ਅੰਗਰੇਜ਼ ਇੱਥੋਂ ਜਾਣ ਉਸ ਤੋਂ ਬਾਅਦ ਇੱਥੋਂ ਦਾ ਜਿਹੜਾ ਸਮਾਜ ਆ ਜਾਂ ਇੱਥੋਂ ਦਾ ਜਿਹੜੀ ਵਿਵਸਥਾ ਹੈਗੀ ਉਹ ਕਿਹੋ ਜਿਹੀ ਹੋਵੇ। ਉਹ ਇੱਕ ਸਮਾਜਵਾਦ ਵਰਗੀ ਜਿਹੜੀ ਵਿਵਸਥਾ ਸੀ ਉਹਨੂੰ ਲਿਆਉਣਾ ਚਾਹੁੰਦੇ ਸੀ, ਜਿਹਦੇ ਕਰਕੇ ਉਹ ਆਪਣਾ ਜਿਹੜਾ ਮਕਸਦ ਹੈਗਾ ਤੇ ਆਪਣੀ ਪਾਰਟੀ ਦਾ ਨਾਮ ਹੈ ਉਹ ਇਹਨੂੰ ਬਦਲ ਕੇ ਹਿੰਦੁਸਤਾਨ ਸੋਸ਼ਲਿਜ਼ਮ ਰਿਪਬਲਿਕਨ ਐਸੋਸੀਏਸ਼ਨ ਰੱਖ ਲੈਂਦੇ ਹੈਗੇ। ਤੇ ਇਹ ਜਿਹੜੀ ਮੀਟਿੰਗ ਹੈਗੀ ਫਿਰੋਜ਼ ਸ਼ਾਹ ਕੋਟਲਾ ਨਾਮੀ ਸਥਾਨ 'ਤੇ ਉਹ ਕਰਦੇ ਨੇਗੇ। ਤੇ ਭਗਤ ਸਿੰਘ ਨੇ ਇਸ ਮੀਟਿੰਗ ਵਿੱਚ ਐਲਾਨ ਕੀਤਾ ਸੀ ਕਿ ਸਮਾਜਵਾਦ ਸਾਡਾ ਆਖਰੀ ਮਕਸਦ ਹੈ, ਕਿ ਅਸੀਂ ਉਦੋਂ ਤੱਕ ਲੜਾਂਗੇ ਜਦੋਂ ਤੱਕ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੋ ਜਾਂਦੀ, ਜਦੋਂ ਤੱਕ ਸਮਾਜ ਵਿੱਚੋਂ ਨਾ ਬਰਾਬਰੀ ਖਤਮ ਨਹੀਂ ਹੋ ਜਾਂਦੀ, ਜਦੋਂ ਤੱਕ ਛੂਆ-ਛੂਤ ਜਾਤੀ ਪਾਤ ਖਤਮ ਨਹੀਂ ਹੋ ਜਾਂਦਾ, ਉਹਨਾਂ ਦੀ ਲੜਾਈ ਉਦੋਂ ਤੱਕ ਜਾਰੀ ਰਹੂਗੀ। ਜਿਹਦੇ ਕਰਕੇ ਉਹ ਆਪਣੀਆਂ ਅਗਲੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਬਹੁਤ ਸਾਰਾ ਜਿਹੜਾ ਹੈਗਾ ਗਾ ਸਾਹਿਤਾ ਉਹ ਪੜ੍ਹਦੇ ਨੇਗੇ, ਇਨਕਲਾਬੀ ਸਰਗਰਮੀਆਂ ਨੂੰ ਵੀ ਜਾਰੀ ਰੱਖਦੇ ਨੇ। ਉਹ ਦੁਨੀਆ ਭਰ ਦੀਆਂ ਜਿਹੜੇ ਇਨਕਲਾਬੀ ਲੋਕ ਹੁੰਦੇ ਆ ਉਹਨਾਂ ਦੀਆਂ ਜੀਵਨੀਆਂ ਪੜ੍ਹਦੇ ਨੇਗੇ, ਉਹਨਾਂ ਮਾਰਕਸਵਾਦ ਦਾ ਵਿਸ਼ਲੇਸ਼ਣ ਕਰਦੇ ਨੇਗੇ, ਕਿਉਂਕਿ ਉਹ ਇਸ ਦੇਸ਼ ਦੇ ਵਿੱਚ ਸਮਾਜਵਾਦ ਜਿਹੜੀ ਵਿਵਸਥਾ ਗਈ ਉਹ ਸਥਾਪਿਤ ਕਰਨੇ ਚਾਹੁੰਦੇ ਸੀਗੇ। ਤੇ ਇਸੇ ਦੌਰਾਨ ਹੀ ਉਹ ਅਸੈਂਬਲੀ ਦੇ ਵਿੱਚ ਜਿਹੜਾ ਗਾ ਬੰਬ ਸੁੱਟਣ ਦੀ ਵੀ ਯੋਜਨਾ ਬਣਾਉਂਦੇ ਹੈਗੇ, ਜਿਹਦੇ ਵਿੱਚ ਉਹ ਇਸ ਦੀ ਜ਼ਿੰਮੇਵਾਰੀ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੂੰ ਦਿੰਦੇ ਹੈਗੇ। ਇਹ ਕਿਹਾ ਜਾਂਦਾ ਵੀ ਜਦੋਂ ਇਹ ਯੋਜਨਾ ਬਣੀ ਤੇ ਜਦੋਂ ਭਗਤ ਸਿੰਘ ਆਖਰੀ ਵਾਰ ਉੱਥੋਂ ਚੱਲੇ ਸੀਗੇ ਆਗਰਾ ਤੋਂ, ਤਾਂ ਇਹ ਮੰਨਿਆ ਜਾਂਦਾ ਗਾ ਵੀ ਜਿਹੜੇ ਉਹਨਾਂ ਦੇ ਸਾਥੀ ਸੀਗੇ ਉਹਨਾਂ ਨੇ ਸਾਰਿਆਂ ਨੇ ਭਗਤ ਸਿੰਘ ਨੂੰ ਬਿਲਕੁਲ ਇਸ ਤਰ੍ਹਾਂ ਵਿਦਾ ਕੀਤਾ ਸੀ ਕਿ ਜਿਵੇਂ ਉਹ ਆਖਰੀ ਵਾਰ ਮਿਲ ਰਹੇ ਹੋਣ, ਕਿਉਂਕਿ ਉਹਨਾਂ ਨੂੰ ਉਹਨਾਂ ਦੇ ਇਸ ਤੋਂ ਬਾਅਦ ਹੋਣ ਵਾਲੇ ਸਾਰੇ ਜਿਹੜੀਆਂ ਕਾਰਵਾਈਆਂ ਸੀ ਉਹਨਾਂ ਦਾ ਉਹਨਾਂ ਨੂੰ ਪਹਿਲਾਂ ਤੋਂ ਇੱਕ ਤਰ੍ਹਾਂ ਨਾਲ ਆਭਾਸ ਹੈਗਾ ਸੀ ਕਿ ਇਸ ਪੱਧਰ ਤੱਕ ਐਕਸ਼ਨ ਹੋ ਸਕਦਾ ਗਾ। ਤੇ ਉਸ ਸਮੇਂ ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਦਰਿਆਗੰਜ ਵਿੱਚ ਜਾ ਕੇ ਇੱਕ ਫੋਟੋਗ੍ਰਾਫਰ ਕੋਲੋਂ ਇੱਕ ਆਪਣੀ ਤਸਵੀਰ ਖਿਚਾਈ। ਅਸੀਂ ਭਗਤ ਸਿੰਘ ਨੂੰ ਸਿਰਫ ਜਾਂ
ਪਿਸਤੌਲਾਂ ਵਾਲਾ ਜਾਂ ਹੋਰ ਦੇਖਦੇ ਹਾਂ, ਪਰ ਭਗਤ ਸਿੰਘ ਇਸ ਤੋਂ ਵੱਧ ਹੋਰ ਬਹੁਤ ਕੁਝ ਸੀ। ਉਹ ਜੀ ਭਰ ਕੇ ਜ਼ਿੰਦਗੀ ਜੀਣ ਵਾਲਾ ਇਨਸਾਨ ਸੀ ਤੇ ਨਾਲ ਹੀ ਉਹ ਆਪਣੇ ਸਾਥੀਆਂ ਨਾਲ ਫੋਟੋ ਖਿਚਵਾਉਂਦੇ ਨੇਗੇ। ਉਹਨਾਂ ਨੂੰ ਫਿਲਮ ਦੇਖਣ ਦਾ ਬਹੁਤ ਸ਼ੌਂਕ ਸੀ। ਭਗਤ ਸਿੰਘ ਨੂੰ ਰਸਗੁੱਲੇ ਬਹੁਤ ਪਸੰਦ ਸੀ ਤੇ ਉਹਨਾਂ ਨੂੰ ਸੰਤਰੇ ਬਹੁਤ ਪਸੰਦ ਸੀ। ਮਤਲਬ ਉਹ ਹਰ ਇਨਸਾਨ ਵਾਂਗ ਜਿਵੇਂ ਹਰ ਇਨਸਾਨ ਆਪਣੀ ਮਤਲਬ ਜੀ ਭਰ ਕੇ ਜ਼ਿੰਦਗੀ ਜਿਉਣਾ ਚਾਹੁੰਦਾ। ਇਸ ਗੱਲ ਨੂੰ ਬਾਅਦ ਵਿੱਚ ਭਗਤ ਸਿੰਘ ਨੇ ਜੇਲ੍ਹ ਵਿੱਚ ਆਪਣੇ ਪਿਤਾ ਨੂੰ ਵੀ ਕਿਹਾ ਕਿ ਅਜਿਹਾ ਨਹੀਂ ਹੈ ਕਿ ਉਹ ਜਿਉਣਾ ਨਹੀਂ ਚਾਹੁੰਦਾ, ਪਰ ਉਹਨੇ ਕਿਹਾ ਕਿ ਉਹਦੀ ਜਿਹੜੀ ਜ਼ਿੰਦਗੀ ਹੈ ਹੁਣ ਉਹਦੀ ਮੌਤ ਉਹਦੀ ਜ਼ਿੰਦਗੀ ਨਾਲੋਂ ਜ਼ਿਆਦਾ ਮਹੱਤਵਪੂਰਨ ਹੋਊਗੀ, ਜਿਹੜੇ ਦੇਸ਼ ਵਾਸੀਆਂ ਨੂੰ ਹੋਰ ਮਤਲਬ ਜਿਹੜੀ ਹੈਗੀ ਅਸਲੀ ਜ਼ਿੰਦਗੀ ਦੇ ਨੇੜੇ ਲੈ ਕੇ ਜਾਊਗੀ। ਮਤਲਬ ਇਹ ਜਿਹੜੀ ਭਾਵਨਾ ਗੀ ਕਿ ਉਹ ਜ਼ਿੰਦਗੀ ਨੂੰ ਖੂਬਸੂਰਤੀ ਨਾਲ ਜਿਉਣਾ ਚਾਹੁੰਦੇ ਸੀਗੇ, ਇਹੀ ਭਾਵਨਾ ਉਹਨਾਂ ਨੂੰ ਸਮਾਜਵਾਦ ਵੱਲ ਲੈ ਕੇ ਜਾਂਦੀ ਹੈਗੀ। ਤੇ ਨਾਲ ਹੀ ਜਦੋਂ ਉਹ ਮਤਲਬ ਉਹਨਾਂ ਨੇ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਦੀ ਜਿਹੜੀ ਯੋਜਨਾ ਬਣਾਈ ਸੀਗੀ ਤੇ ਉਹ ਉੱਥੇ ਉਹਨਾਂ ਨੂੰ ਦਿੱਲੀ ਦੇ ਜਿਹੜਾ ਕੁਦਸੀਆ ਬਾਗ ਸੀਗਾ ਉੱਥੇ ਦੁਰਗਾ ਭਾਬੀ ਤੇ ਭਗਵਤੀ ਚਰਨ ਬੋਹਰਾ, ਸੁਸ਼ੀਲਾ ਦੇਵੀ ਆਖਰੀ ਵਾਰ ਉਹਨੂੰ ਮਿਲਣ ਆਏ ਸੀ ਤੇ ਉਹ ਆਖਰੀ ਵਾਰ ਮਿਲਣ ਤੋਂ ਬਾਅਦ ਉਹਨਾਂ ਨੇ ਭਗਵਤੀ ਚਰਨ ਬੋਹਰਾ ਨੂੰ ਇਹ ਵੀ ਕਿਹਾ ਸੀਗਾ ਕਿ ਮੈਂ ਜੋ ਕਰ ਰਿਹਾ ਗਾ ਉਹਦੇ ਲਈ 23 ਸਾਲ ਦੀ ਉਮਰ ਬਹੁਤ ਹੈ, ਪਰ ਤੁਸੀਂ ਆਪਣਾ ਜਿਹੜਾ ਸੰਘਰਸ਼ ਹੈ ਤੇ ਆਪਣਾ ਸਫ਼ਰ ਹੈ ਉਹ ਹੋਰ ਅੱਗੇ ਜਿਹੜਾ ਗਾ ਉਹ ਜਾਰੀ ਰੱਖਣਾ। ਤੇ 8 ਅਪ੍ਰੈਲ 1929 ਨੂੰ ਜਦੋਂ ਅਸੈਂਬਲੀ ਦੇ ਵਿੱਚ ਪਬਲਿਕ ਸੇਫਟੀ ਤੇ ਟ੍ਰੇਡ ਡਿਸਪਿਊਟ ਤੇ ਬਹਿਸ ਕਰਨ ਤੋਂ ਬਾਅਦ ਵਾਇਸਰਾਏ ਨੇ ਆਪਣਾ ਵਿਸ਼ੇਸ਼ ਅਧਿਕਾਰ ਵਰਤ ਕੇ ਇਹਨਾਂ ਨੂੰ ਕਾਨੂੰਨ ਬਣਾਤਾ ਸੀ। ਉਸੇ ਸਮੇਂ ਪਬਲਿਕ ਗੈਲਰੀ ਦੇ ਵਿੱਚ ਉਹਦੇ ਸਾਥੀ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ 2 ਬੰਬਾਂ ਨਾਲ ਧਮਾਕਾ ਕੀਤਾ ਤੇ ਨਾਲ ਹੀ ਪਿਸਤੌਲ ਦੀਆਂ 2 ਗੋਲੀਆਂ ਵੀ ਚਲਾਈਆਂ ਤੇ ਨਾਲ ਹੀ ਉਹਨਾਂ ਨੇ ਲਾਲ ਪਰਚਿਆਂ ਦੀ ਬਾਰਿਸ਼ ਵੀ ਕੀਤੀ। ਉਹਨਾਂ ਦਾ ਮਕਸਦ ਕਿਸੇ ਵੀ ਵਿਅਕਤੀ ਨੂੰ ਮਾਰਨਾ ਨਹੀਂ ਸੀ। ਉਹਨਾਂ ਨੇ ਆਪਣੇ ਪਰਚਿਆਂ ਵਿੱਚ ਵੀ ਇਹ ਲਿਖਿਆ ਕਿ ਬੋਲੇ ਕੰਨਾਂ ਨੂੰ ਸੁਣਾਉਣ ਲਈ ਧਮਾਕਿਆਂ ਦੀ ਲੋੜ ਹੁੰਦੀ ਹੈ। ਉਹ ਅੰਗਰੇਜ਼ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣਾ ਚਾਹੁੰਦੇ ਸੀਗੇ ਤੇ ਉੱਥੇ ਹੀ ਉਹਨਾਂ ਨੇ ਮਤਲਬ ਭੱਜਣ ਦੀ ਬਿਲਕੁਲ ਵੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਉੱਥੇ ਉਹਨਾਂ ਨੇ ਸਰੈਂਡਰ ਕਰਕੇ ਆਪਣੀ ਗ੍ਰਿਫਤਾਰੀ ਦਿੱਤੀ ਤੇ BK ਦੱਤ ਨੂੰ ਗ੍ਰਿਫਤਾਰ ਕਰਕੇ ਨਵੀਂ ਦਿੱਲੀ ਦੇ ਜਿਹੜਾ ਥਾਣੇ ਲਿਜਾਇਆ ਗਿਆ ਸੀਗਾ ਤੇ ਨਾਲ ਹੀ ਭਗਤ ਸਿੰਘ ਨੂੰ ਦਰਿਆਗੰਜ ਜਿਹੜਾ ਥਾਣਾ ਸੀ ਉੱਥੇ ਲੈ ਕੇ ਗਏ ਤੇ ਉੱਥੇ ਗ੍ਰਿਫਤਾਰੀ ਸਮੇਂ ਭਗਤ ਸਿੰਘ ਕੋਲੋਂ ਇੱਕ ਪਿਸਤੌਲ ਸੀ ਜਿਹੜਾ ਉਹ ਬਰਾਮਦ ਕੀਤਾ ਗਿਆ ਸੀਗਾ। ਤੇ ਉਸੇ ਦਿਨ ਹੀ ਬਹੁਤ ਸਾਰੇ ਜਿਹੜੇ ਕਿਉਂਕਿ ਉੱਥੇ ਪੱਤਰਕਾਰ ਵੀ ਅਖਬਾਰਾਂ ਦੇ ਆਏ ਹੋਏ ਸੀ ਤੇ ਬਹੁਤ ਸਾਰੇ ਪੱਤਰਕਾਰਾਂ ਨੇ ਜਿਹੜੇ ਭਗਤ ਸਿੰਘ ਦੁਆਰਾ ਪਰਚੇ ਸੁੱਟੇ ਗਏ ਸੀ ਅਸੈਂਬਲੀ ਦੇ ਵਿੱਚ ਧਮਾਕਾ ਕਰਨ ਤੋਂ ਬਾਅਦ, ਉਹ ਪੱਤਰ ਜਿਹੜੇ ਹੈਗੇ ਸੀਗੇ ਪਰਚਾ ਐਜ਼ ਇਟ ਹਿੰਦੁਸਤਾਨ ਜਿਹੜਾ ਟਾਈਮਜ਼ ਨੇ ਉਹਨਾਂ ਦਾ ਪੂਰਾ ਪੈਂਫਲੇਟ ਮਤਲਬ ਛਾਪਿਆ ਕਿ ਉਹ ਉਹਨਾਂ ਦਾ ਮਕਸਦ ਕੀ ਸੀ, ਉਹ ਕੀ ਕਰਨਾ ਚਾਹੁੰਦੇ ਸੀ। ਤੇ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਅਖਬਾਰ ਹੈ ਉਹਨੇ ਇਹ ਵੀ ਲਿਖਿਆ ਸੀ ਕਿ ਰੈੱਡ ਵਾਰਨਿੰਗ ਟੂ ਗਵਰਨਮੈਂਟ, ਯੂ ਕੈਨ ਕਿਲ ਮੈਨ ਬਟ ਨਾਟ ਆਈਡੀਆਜ਼। ਤੇ ਇਹ ਜਿਹੜੇ ਵਿਚਾਰ ਸੀਗਾ ਉਸ ਸਮੇਂ ਮਤਲਬ ਪੂਰੀਆਂ ਜਿਹੜੀਆਂ ਅਖਬਾਰਾਂ ਸੀਗੀਆਂ ਦੁਨੀਆ ਇੱਕ ਤਰ੍ਹਾਂ ਨਾਲ ਦੇਸ਼ ਪੱਧਰ ਦੀਆਂ ਜਿਹੜੀਆਂ ਅਖਬਾਰਾਂ ਸੀ ਉਹਦੇ ਵਿੱਚ ਉਹਨਾਂ ਦੇ ਇਸ ਐਕਸ਼ਨ ਨੂੰ ਮਤਲਬ ਥਾਂ ਦਿੱਤੀ ਗਈ ਸੀਗੀ ਤੇ ਉਹਨਾਂ ਦੇ ਜਿਹੜੇ ਵਿਚਾਰ ਸੀਗੇ ਉਹ ਇੱਕ ਦਿਨ ਦੇ ਵਿੱਚ ਹੀ ਦੇਸ਼ ਪੱਧਰ ਦੇ ਉੱਤੇ ਫੈਲ ਗਏ ਸੀਗੇ। ਤੇ ਇਹਦੇ ਨਾਲ ਹੀ ਜਦੋਂ ਹੀ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਦੀ ਗ੍ਰਿਫਤਾਰੀ ਹੋਈ, ਅੰਗਰੇਜ਼ ਸਰਕਾਰ ਹੋਰ ਜ਼ਿਆਦਾ ਅਲਰਟ ਹੋ ਜਾਂਦੀ ਹੈਗੀ ਤੇ ਉਹ ਥਾਂ ਤੇ ਇਨਕਲਾਬੀਆਂ ਨੂੰ ਫੜਨ ਵਾਸਤੇ ਜਿਹੜੇ ਹੈਗੇ ਉਹ ਛਾਪੇਮਾਰੀ ਸ਼ੁਰੂ ਹੋ ਜਾਂਦੀ ਹੈ ਤੇ ਜਿਹੜੇ ਬੰਬ ਫੈਕਟਰੀਆਂ ਸੀਗੀਆਂ ਉਹਨਾਂ ਤੇ ਵੀ ਛਾਪੇ ਪੈਣੇ ਸ਼ੁਰੂ ਹੋ ਜਾਂਦੇ ਨੇਗੇ। ਤੇ 14 ਅਪ੍ਰੈਲ 1929 ਨੂੰ ਲਾਹੌਰ ਦੀ ਜਿਹੜੀ ਬੰਬ ਫੈਕਟਰੀ ਸੀ ਉਹ 'ਤੇ ਛਾਪਾ ਪਿਆ। ਉੱਥੇ ਸੁਖਦੇਵ ਤੇ ਜਿਹੜੇ ਹੋਰ ਕ੍ਰਾਂਤੀਕਾਰੀ ਸਾਥੀ ਸੀਗੇ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਗਈ ਤੇ ਉਹਨਾਂ ਨੂੰ 11 ਮਈ ਨੂੰ ਅਦਾਲਤ ਵਿੱਚ ਜਿਹੜਾ ਉਹ ਪੇਸ਼ ਕੀਤਾ ਗਿਆ ਸੀਗਾ। 4 ਜੂਨ ਨੂੰ ਉਹਨਾਂ ਨੇ ਜੇਲ੍ਹ ਵਿੱਚ ਹੀ ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਜੇਲ੍ਹ ਪ੍ਰਬੰਧ ਦੇ ਉੱਤੇ ਜਿਹੜਾ ਗਾ ਸਵਾਲ ਉਠਾਉਂਦੇ ਹੋਏ ਕਿ ਭਾਰਤੀ ਜਿਹੜੇ ਕੈਦੀ ਹੈ ਉਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਗਾ। 4 ਜੂਨ ਤੋਂ ਉਹਨਾਂ ਨੇ ਭੁੱਖ ਹੜਤਾਲ ਸ਼ੁਰੂ ਕਰਤੀ ਕਿ ਉਹਨਾਂ ਦੇ ਖਾਣੇ ਦਾ ਜਾਂ ਰਹਿਣ ਦਾ ਪ੍ਰਬੰਧ ਅੰਗਰੇਜ਼ ਕੈਦੀਆਂ ਨਾਲੋਂ ਕਿਤੇ ਜ਼ਿਆਦਾ ਘਟੀਆ ਗਾ ਤੇ ਉਹਨਾਂ ਨੇ ਜਿਹੜਾ ਜੇਲ੍ਹ ਪ੍ਰਬੰਧ ਦੇ ਵਿੱਚ ਸੁਧਾਰ ਕਰਨ ਵਾਸਤੇ ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਜਿਹੜੀ ਹੈਗੀ ਭੁੱਖ ਹੜਤਾਲ ਸ਼ੁਰੂ ਕਰਤੀ। ਤੇ
12 ਜੂਨ ਨੂੰ 1929 ਨੂੰ ਮੁਕੱਦਮਾ ਨੰਬਰ 9 ਵਿੱਚ ਸ਼ਹਿਨशाह ਬਨਾਮ ਭਗਤ ਸਿੰਘ ਤੇ BK ਦੱਤ ਦੀ ਜਿਹੜਾ ਸੀਗਾ ਉਹ ਫੈਸਲਾ ਸੁਣਾਇਆ ਗਿਆ ਸੀਗਾ, ਜਿਹੜਾ ਉਹਨਾਂ ਨੇ ਅਸੈਂਬਲੀ ਦੇ ਵਿੱਚ ਧਮਾਕਾ ਕੀਤਾ ਤੇ ਇਸ ਧਮਾਕੇ ਦੇ ਇਵਜ਼ ਵਜੋਂ ਉਹਨਾਂ ਦੋਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਸੀ। 13 ਜੁਲਾਈ ਨੂੰ ਘੱਟੋ ਘੱਟ 2 ਮਹੀਨੇ ਉਹਨਾਂ ਸਾਰੇ ਸਾਥੀਆਂ ਨੂੰ ਜਿਹੜੇ ਜੇਲ੍ਹ ਦੇ ਵਿੱਚ ਬੰਦ ਸੀਗੇ, ਦੇਸ਼ ਭਗਤ ਤੇ ਇਨਕਲਾਬੀ ਸਾਥੀ, ਉਹਨਾਂ ਨੂੰ 2 ਮਹੀਨਿਆਂ ਤੋਂ ਵੱਧ ਉਹਨਾਂ ਨੇ ਭੁੱਖ ਹੜਤਾਲ ਤੇ ਹੋ ਗਏ ਸੀ ਉਹਨਾਂ ਨੂੰ। ਤੇ 13 ਜੁਲਾਈ ਨੂੰ ਘੱਟੋ ਘੱਟ 500 ਜਿਹੜੇ ਕੈਦੀ ਸੀ ਇਸ ਭੁੱਖ ਹੜਤਾਲ ਦੇ ਵਿੱਚ ਸ਼ਾਮਲ ਹੋ ਗਏ ਸੀਗੇ। ਤੇ ਜਿਹੜਾ ਜਤਨ ਦਾਸ ਸੀਗਾ ਉਹਦੀ ਇਸ ਭੁੱਖ ਹੜਤਾਲ ਦੇ ਵਿੱਚ ਜਿਹੜੀ ਹਾਲਤ ਗੰਭੀਰ ਹੋ ਗਈ ਸੀਗੀ ਤੇ ਉਹ ਥੋੜੇ ਦਿਨਾਂ ਦੇ ਵਿੱਚ ਹੀ ਉਹਨਾਂ ਦੀ ਜਿਹੜੀ ਹੈਗੀ ਸ਼ਹੀਦੀ ਵੀ ਹੋ ਗਈ ਸੀ ਤੇ ਉਹਨਾਂ ਦੀ ਮਤਲਬ ਮੌਤ ਹੋ ਗਈ ਸੀਗੀ। ਜਦੋਂ ਜਤਨ ਦਾਸ ਦਾ ਜਿਹੜਾ ਇੱਕ ਤਰ੍ਹਾਂ ਨਾਲ ਮ੍ਰਿਤਕ ਸਰੀਰ ਕਲਕੱਤੇ ਗਿਆ ਤਾਂ ਕਲਕੱਤੇ ਦੇ ਸਟੇਸ਼ਨ ਦੇ ਉੱਤੇ ਉਸ ਸਮੇਂ ਘੱਟੋ ਘੱਟ 1.5 ਲੱਖ ਲੋਕਾਂ ਦਾ ਜਿਹੜਾ ਇਕੱਠ ਸੀਗਾ, ਜਿਹੜਾ ਜਤਨ ਦਾਸ ਦੇ ਆਖਰੀ ਦਰਸ਼ਨ ਕਰਨ ਆਇਆ ਸੀ। ਤੇ ਉਹਨਾਂ ਦੇ ਪਿਤਾ ਨੇ ਵੀ ਇਹ ਬਿਆਨ ਦਿੱਤਾ ਸੀ ਕਿ ਮੈਨੂੰ ਆਪਣੇ ਪੁੱਤਰ ਦੇ ਉੱਤੇ ਮਾਣ ਹੈਗਾ। ਤੇ ਉਸ ਸਮੇਂ ਜਿਹੜਾ ਇਨਕਲਾਬੀ ਲੋਕ ਸੀਗੇ ਉਹ ਇਸ ਤਰ੍ਹਾਂ ਮਤਲਬ ਆਪਣੇ ਜਿਹੜੇ ਯਤਨ ਕਰਦੇ ਰਹੇ ਤੇ ਆਪਣੇ ਜਿਹੜੇ ਆਦਰਸ਼ ਹੈ ਉਹਨਾਂ ਲਈ ਉਹਨਾਂ ਦੀਆਂ ਲਗਾਤਾਰ ਜਿਹੜੀਆਂ ਨੇ ਸ਼ਹੀਦੀਆਂ ਹੋ ਰਹੀਆਂ ਸੀਗੀਆਂ। ਤੇ 30 ਸਤੰਬਰ 1929 ਨੂੰ ਜਿਹੜਾ ਪੁਲਿਸ ਨੇ ਰਾਜਗੁਰੂ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਨਾਲ ਹੀ 10 ਅਕਤੂਬਰ 1930 ਨੂੰ ਲਾਹੌਰ ਕਤਲ ਕੇਸ ਵਿੱਚ ਜਿਹੜਾ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਉਹਨਾਂ ਨੇ ਫਾਂਸੀ ਦੀ ਸਜ਼ਾ ਸੁਣਾਤੀ ਤੇ ਬਹੁਤ ਸਾਰੇ ਇਨਕਲਾਬੀ ਸਾਥੀਆਂ ਨੂੰ ਉਹਨਾਂ ਨੇ ਉਮਰ ਕੈਦ ਤੇ ਨਾਲ ਹੀ ਬਾਮਸ਼ੱਕਤ ਕੈਦ ਜਿਹੜੀ ਹੈਗੀ ਉਹ ਸਜ਼ਾ ਸੁਣਾਈ ਗਈ ਸੀਗੀ। ਤੇ ਇਹ ਜਦੋਂ ਹੀ ਭਗਤ ਸਿੰਘ ਨੂੰ ਫਾਂਸੀ ਦੀ ਜਿਹੜੀ ਹੈਗੀ ਸਜ਼ਾ ਬਾਰੇ ਪਤਾ ਲੱਗਦਾ ਗਾ ਲੋਕਾਂ ਨੂੰ, ਤਾਂ ਭਗਤ ਸਿੰਘ ਉਸ ਸਮੇਂ ਦੇਸ਼ ਵਿੱਚ ਇੱਕ ਆਜ਼ਾਦੀ ਦਾ ਆਈਕਨ ਬਣ ਚੁੱਕਿਆ ਸੀਗਾ, ਜਿਹਦੇ ਕਰਕੇ ਦੇਸ਼ ਪੱਧਰ ਦੇ ਉੱਤੇ ਭਗਤ ਸਿੰਘ ਦੇ ਹੱਕ, ਉਹਨਾਂ ਦੀ ਜਿਹੜੀ ਉਹਦੇ ਸਾਥੀ ਸੀਗੇ ਉਹਨਾਂ ਦੇ ਹੱਕ ਵਿੱਚ ਤੇ ਉਹਨਾਂ ਦੀ ਫਾਂਸੀ ਦੇ ਵਿਰੋਧ ਦੇ ਵਿੱਚ ਜਿਹੜਾ 18 ਫਰਵਰੀ 1931 ਨੂੰ ਦੇਸ਼ ਭਰ ਦੇ ਵਿੱਚ ਦਸਤਖਤ ਜਿਹੜੀ ਮੁਹਿੰਮ ਸੀਗੀ ਉਹ ਚਲਾਈ ਗਈ ਸੀਗੀ। ਤੇ ਨਾਲ ਹੀ ਬਹੁਤ ਸਾਰੇ ਜਿਹੜੇ ਨੇਤਾ ਸੀਗੇ, ਜਵਾਹਰ ਲਾਲ ਨਹਿਰੂ ਸੀ ਜਾਂ ਹੋਰ ਸੀ, ਉਹ ਵੀ ਉਹਨਾਂ ਇਨਕਲਾਬੀ ਸਾਥੀਆਂ ਨੂੰ ਜਿਹੜੇ ਹੈਗੇ ਜੇਲ੍ਹਾਂ ਦੇ ਵਿੱਚ ਮਿਲ ਕੇ ਆਉਂਦੇ ਰਹੇ ਸੀਗੇ। ਤੇ ਨਾਲ ਹੀ ਉਸ ਸਮੇਂ ਇੱਕ ਬਹੁਤ ਪ੍ਰਸਿੱਧ ਦੇਸ਼ ਭਗਤ ਸੀਗੇ ਮਦਨ ਮੋਹਨ ਮਾਲਵੀਆ, ਉਹਨਾਂ ਨੇ ਵੀ ਲਾਰਡ ਇਰਵਨ ਜਿਹੜਾ ਉਸ ਸਮੇਂ ਵਾਈਸ ਰਾਏ ਸੀਗਾ, ਉਹਨੇ ਭਗਤ ਸਿੰਘ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਜਿਹੜੀ ਮੰਗ ਕੀਤੀ ਸੀਗੀ। ਉਹਨਾਂ ਨੇ ਵਾਈਸ ਰਾਏ ਲਾਰਡ ਇਰਵਨ ਨੂੰ ਜਿਹੜੀ ਹੈ ਤਾਰ ਭੇਜੀ, ਪਰ ਉਹਨਾਂ ਨੇ ਇਸ ਤਾਰ ਨੂੰ ਠੁਕਰਾਤਾ ਸੀਗਾ। ਪਰ ਗੱਲ ਇਹ ਹੈਗੀ ਕਿ ਭਗਤ ਸਿੰਘ ਦੇ ਜਿਹੜੇ ਵਿਚਾਰ ਸੀਗੇ ਉਹ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਸੀਗੇ। ਉਹ ਹਮੇਸ਼ਾ ਇਹ ਚਾਹੁੰਦੇ ਸੀਗੇ ਕਿ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਨਾ ਹੋਵੇ। ਉਹਨਾਂ ਦਾ ਇਹ ਮੰਨਣਾ ਸੀ ਕਿ ਅੰਗਰੇਜ਼ ਜਾਣ ਤੋਂ ਬਾਅਦ ਜੇ ਇੱਥੋਂ ਗੋਰੇ ਅੰਗਰੇਜ਼ ਚਲੇ ਗਏ ਤੇ ਜੇ ਇੱਥੇ ਕਾਲੇ ਅੰਗਰੇਜ਼ ਆ ਗਏ ਤਾਂ ਉਸ ਜਿਹੜੀ ਹੈਗੀ ਉਹ ਅਜਿਹੀ ਆਜ਼ਾਦੀ ਦਾ ਜਿਹੜਾ ਹੈਗਾ ਕੋਈ ਫਾਇਦਾ ਨਹੀਂ ਹੋਏਗਾ ਕਿਉਂਕਿ ਲੋਕਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਦਾਂ ਕੋਈ ਸੁਧਾਰ ਨਹੀਂ ਆਉਣਾ। ਉਹ ਇੱਥੋਂ ਦੇ ਵਿਵਸਥਾ ਨੂੰ ਬਦਲਣਾ ਚਾਹੁੰਦੇ ਸੀਗੇ। ਉਹਨਾਂ ਦਾ ਜਿਹੜਾ ਹਰ ਸਮੇਂ ਇਹ ਨਾਰਾ ਸੀਗਾ ਕਿ ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਉਹ ਇੱਥੋਂ ਤੇ ਦੁਨੀਆ ਦੇ ਵਿੱਚੋਂ ਸਾਮਰਾਜ ਜਿਹੜਾ ਖਤਮ ਕਰਨਾ ਚਾਹੁੰਦੇ ਸੀ। ਜਦੋਂ ਭਗਤ ਸਿੰਘ ਨੂੰ ਅਸੈਂਬਲੀ ਵਿੱਚ ਬੰਬ ਸੁੱਟਣ ਤੋਂ ਬਾਅਦ ਫੜਿਆ ਗਿਆ, ਉਸ ਸਮੇਂ ਵੀ ਭਗਤ ਸਿੰਘ ਨੇ ਜਿਹੜੇ ਨਾਅਰੇ ਲਾਏ ਸੀ ਉਹਦੇ ਵਿੱਚ ਇਨਕਲਾਬ ਜ਼ਿੰਦਾਬਾਦ ਤੇ ਸਾਰੀ ਦੁਨੀਆ ਦੇ ਮਜ਼ਦੂਰੋ ਇੱਕ ਹੋ ਜਾਓ, ਸਾਮਰਾਜਵਾਦ ਮੁਰਦਾਬਾਦ ਜਿਹੜੇ ਨਾਅਰੇ ਸੀਗੇ ਉੱਥੇ ਉਹਨਾਂ ਨੇ ਲਾਏ, ਜਿਹੜੇ ਭਗਤ ਸਿੰਘ ਦੀ ਅਗਾਂਹ ਵਧੂ ਸੋਚ ਨੂੰ ਜਿਹੜਾ ਹੈਗਾ ਪੇਸ਼ ਕਰਦੇ ਨੇਗੇ। ਅਸੀਂ ਤੇ ਉਹਨਾਂ ਦਾ ਸਪਸ਼ਟ ਵਿਚਾਰ ਸੀ ਕਿ ਪਿਸਤੌਲ ਤੇ ਬੰਬ ਕਦੇ ਇਨਕਲਾਬ ਨਹੀਂ ਲਿਆਉਂਦੇ, ਬਲਕਿ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ਤੇ ਤਿੱਖੀ ਹੁੰਦੀ ਹੈ। ਭਗਤ ਸਿੰਘ ਭੁੱਖ ਹੜਤਾਲ ਤੋਂ ਬਾਅਦ ਜਦੋਂ
ਉਹਨਾਂ ਨੂੰ ਜਿਹੜੀ ਫਾਂਸੀ ਦਾ ਦਿਨ ਮੁਕਰਰ ਕੀਤਾ ਗਿਆ, ਪਰ ਫਾਂਸੀ ਦਾ ਦਿਨ ਮੁਕਰਰ ਹੋਣ ਤੋਂ ਬਾਅਦ ਵੀ ਉਹਨਾਂ ਦਾ ਜਿਹੜਾ ਸੀਗਾ ਪੜ੍ਹਨਾ ਲਿਖਣਾ ਉਵੇਂ ਹੀ ਜਾਰੀ ਰਿਹਾ, ਜਿਵੇਂ ਮਤਲਬ ਉਹ ਆਪਣੇ ਪਿਤਾ ਨੂੰ ਵੀ ਵਾਰ-ਵਾਰ ਕਹਿੰਦੇ ਰਹੇ ਕਿ ਉਹ ਮਤਲਬ ਰਹਿਮ ਦੀ ਭੀਖ ਨਹੀਂ ਮੰਗਣਗੇ, ਉਹ ਫਾਂਸੀ 'ਤੇ ਚੜ੍ਹਨਾ ਉਹਨਾਂ ਨੂੰ ਜਿਹੜਾ ਗਾ ਜ਼ਿਆਦਾ ਪਸੰਦ ਹੋਊਗਾ। ਅਤੇ ਆਖਰੀ ਸਮੇਂ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਭਗਤ ਸਿੰਘ ਲੈਨਨ ਦੀ ਜੀਵਨੀ ਪੜ੍ਹ ਰਹੇ ਸੀਗੇ, ਅਤੇ ਜਦੋਂ ਉਹਨਾਂ ਨੂੰ ਫਾਂਸੀ ਵਾਸਤੇ ਲੈ ਕੇ ਜਾਇਆ ਗਿਆ, ਅਤੇ ਫਾਂਸੀ ਵਾਸਤੇ ਜਦੋਂ ਲੈ ਕੇ ਜਾਇਆ ਜਾ ਰਿਹਾ ਸੀਗਾ ਤਾਂ ਭਗਤ ਸਿੰਘ ਜਿੱਥੇ ਉਹ ਜੀਵਨੀ ਪੜ੍ਹ ਰਹੇ ਸੀ ਉੱਥੇ ਉਹ ਉਸ ਲੈਨਨ ਦੀ ਜੀਵਨੀ ਦਾ ਜਿਹੜਾ ਪੇਜ ਹੈ ਉਹ ਮੋੜ ਕੇ ਰੱਖ ਗਏ ਸੀਗੇ। ਤਾਂ ਉਹਨਾਂ ਦੇ ਮਤਲਬ ਉਹਨੂੰ ਜੇਲਰ ਨੇ ਪੁੱਛਿਆ ਸੀਗਾ ਕਿ ਹੁਣ ਤੂੰ ਵਾਪਸ ਨਹੀਂ ਆਉਣਾ ਅਤੇ ਫਿਰ ਤੂੰ ਇਹ ਕਿਉਂ ਕੀਤਾ, ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਆਉਣ ਵਾਲੀਆਂ ਪੀੜ੍ਹੀਆਂ ਲਈ ਮਤਲਬ ਰੱਖ ਕੇ ਜਾ ਰਿਹਾ ਗਾ ਕਿ ਇਸ ਤੋਂ ਅੱਗੇ ਜਿਹੜਾ ਗਾ ਉਹ ਕੰਮ ਉਹ ਇਸ ਜਿਹੜਾ ਕੰਮ ਹੈਗਾ ਉਹਨੂੰ ਸਿਰੇ ਚਾੜਨਗੀਆਂ। ਅਤੇ ਨਾਲ ਹੀ ਇਹ ਵੀ ਕਿਹਾ ਜਾਂਦਾ ਕਿ ਭਗਤ ਸਿੰਘ ਦਾ ਜਿਹੜਾ ਜੇਲਰ ਚਰਨ ਸਿੰਘ ਸੀਗਾ ਉਹਨਾਂ ਨਾਲ ਥੋੜ੍ਹਾ ਲਗਾਵ ਹੀ ਸੀਗਾ, ਅਤੇ ਉਹ ਉੱਥੋਂ ਦਾ ਜਿਹੜਾ ਸਫਾਈ ਕੋਠੜੀਆਂ ਦੀ ਸਫਾਈ ਜਿਹੜੀ ਸਫਾਈ ਸੇਵਕ ਸੀਗਾ ਬਾਰੂ, ਜਿਹਨੂੰ ਉਹ ਅਕਸਰ ਬੇਬੇ ਕਹਿ ਕੇ ਬੁਲਾਉਂਦਾ ਸੀਗਾ, ਅਤੇ ਉਹਦਾ ਭਗਤ ਸਿੰਘ ਨਾਲ ਬਹੁਤ ਪਿਆਰ ਸੀ। ਅਤੇ ਉਹ ਕਹਿੰਦਾ ਸੀ ਕਿ ਜਿਸ ਤਰ੍ਹਾਂ ਮੇਰੀ ਮਾਂ ਨੇ ਮੈਨੂੰ ਬਚਪਨ ਦੇ ਵਿੱਚ ਮੇਰਾ ਜਿਹੜਾ ਗਾ ਗੰਦ ਸਾਫ਼ ਕੀਤਾ, ਉਸੇ ਤਰ੍ਹਾਂ ਹੀ ਹੁਣ ਤੂੰ ਮੇਰੀ ਕੋਠੜੀ ਦੀ ਸਫਾਈ ਕਰ ਦਾਂਗਾ, ਇਸ ਕਰਕੇ ਤੂੰ ਵੀ ਮੇਰੀ ਬੇਬੇ ਆਂਗਾ। ਭਗਤ ਸਿੰਘ ਦੀ ਜਿਹੜੀ ਮੁਲਾਕਾਤ ਹੈਗੀ ਉੱਥੇ ਗਦਰੀ ਬਾਬੇ ਰਣਧੀਰ ਸਿੰਘ ਨਾਲ ਵੀ ਹੁੰਦੀ ਹੈ, ਜਿਹਦੇ ਵਿੱਚ ਉਹ ਉਹਨਾਂ ਨੂੰ ਕਹਿੰਦੇ ਹੈਗੇ ਕਿ ਉਹਨਾਂ ਨੇ ਜਿਹੜੇ ਕੇਸ ਨੇ ਉਹ ਕਤਲ ਕਰਵਾ ਦਿੱਤੇ ਨੇਗੇ, ਪਰ ਇਹਦੇ ਜਵਾਬ ਵਿੱਚ ਭਗਤ ਸਿੰਘ ਉਹਨਾਂ ਨੂੰ ਹੱਸ ਕੇ ਕਹਿੰਦੇ ਨੇਗੇ ਕਿ ਅਜੇ ਤਾਂ ਸਿਰਫ ਕੇਸ ਕਤਲ ਕਰਾਏ ਨੇ, ਜਦੋਂ ਟਾਈਮ ਆਊਗਾ ਤਾਂ ਮੈਂ ਆਪਣਾ ਜਿਹੜਾ ਹੈਗਾ ਸਿਰ ਵੀ ਕਤਲ ਕਰਾ ਦੂੰਗਾ ਆਪਣੇ ਆਦਰਸ਼ਾਂ ਲਈ, ਆਪਣੀ ਮਤਲਬ ਮਾਤ ਭੂਮੀ ਲਈ, ਆਪਣੇ ਦੇਸ਼ ਦੇ ਲੋਕਾਂ ਲਈ। ਅਤੇ ਇਸ ਕਰਕੇ ਉਹ ਵੀ ਉਹਨਾਂ ਤੋਂ ਬਹੁਤ ਪ੍ਰਭਾਵਿਤ ਸੀਗੇ। ਅਤੇ ਜਦੋਂ ਹੀ ਭਗਤ ਸਿੰਘ ਨੂੰ ਫਾਂਸੀ ਲਈ ਲੈ ਕੇ ਜਾਇਆ ਗਿਆ 23 ਮਾਰਚ 1931 ਨੂੰ ਸ਼ਾਮ ਨੂੰ, ਤਾਂ ਕਿਸੇ ਨੂੰ ਵੀ ਨਹੀਂ ਸੀ ਪਤਾ, ਕਿਉਂਕਿ ਫਾਂਸੀ ਦਾ ਜਿਹੜਾ ਸਮਾਂ ਸੀ ਉਹ ਅਗਲੇ ਦਿਨ ਸਵੇਰੇ 6 ਵਜੇ ਦਾ ਸੀ। ਜਦੋਂ ਉਹਨਾਂ ਨੂੰ ਸ਼ਾਮ ਨੂੰ ਲੈ ਕੇ ਜਾਇਆ ਗਿਆ ਤਾਂ ਅਚਾਨਕ ਹੀ ਸਾਰੇ ਕੈਦੀਆਂ ਨੂੰ ਕੋਠੜੀਆਂ ਵਿੱਚ ਮਤਲਬ ਜਾਣ ਲਈ ਕਿਹਾ ਗਿਆ। ਭਗਤ ਸਿੰਘ ਦੀ ਕੋਠੜੀ ਨੰਬਰ 14 ਦੇ ਵਿੱਚੋਂ ਜਦੋਂ ਉਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਸੀਗਾ ਤਾਂ ਉਹ ਉਸ ਸਮੇਂ ਵੀ ਇਨਕਲਾਬ ਜਿੰਦਾਬਾਦ ਤੇ ਸਾਮਰਾਜਵਾਦ ਮੁਰਦਾਬਾਦ ਦੇ ਜਿਹੜੇ ਨਾਅਰੇ ਨੇ ਉਹ ਲਾ ਰਹੇ ਸੀਗੇ। ਤੇ ਇਹ ਮੰਨਿਆ ਜਾਂਦਾ ਗਾ ਕਿ ਜਦੋਂ ਭਗਤ ਸਿੰਘ ਨੂੰ ਫਾਂਸੀ ਦੇ ਤਖਤੇ ਦੇ ਉੱਤੇ ਲੈ ਕੇ ਜਾਇਆ ਗਿਆ ਤੇ ਉਹਨਾਂ ਨੂੰ ਤਿੰਨਾਂ ਨੂੰ ਜਦੋਂ ਫਾਂਸੀ ਦੇ ਤਖਤੇ ਉੱਤੇ ਖੜਾਇਆ ਗਿਆ ਤਾਂ ਜਿਹੜਾ ਉਸ ਸਮੇਂ ਮਤਲਬ ਫਾਂਸੀ ਦੇਣ ਵਾਲਾ ਸੀ ਉਹਨੂੰ ਲਾਹੌਰ ਤੋਂ ਬੁਲਾਇਆ ਗਿਆ ਸੀਗਾ। ਤਾਂ ਉਹਨੇ ਪੁੱਛਿਆ ਕਿ ਮਤਲਬ ਕਿਹੜਾ ਤੁਹਾਡੇ 'ਚੋਂ ਪਹਿਲਾਂ ਫਾਂਸੀ ਲੈਣਾ ਪਸੰਦ ਕਰੂਗਾ, ਤਾਂ ਉਸ ਸਮੇਂ ਜਿਹੜਾ ਸੁਖਦੇਵ ਹੈਗਾ ਉਹਨੇ ਕਿਹਾ ਕਿ ਮੈਨੂੰ ਸਭ ਤੋਂ ਪਹਿਲਾਂ ਜਿਹੜੀ ਆ ਉਹ ਫਾਂਸੀ ਦਿੱਤੀ ਜਾਵੇ। ਤੇ ਨਾਲ ਹੀ ਇਹ ਵੀ ਮੰਨਿਆ ਜਾਂਦਾ ਕਿ ਭਗਤ ਸਿੰਘ ਜਦੋਂ ਫਾਂਸੀ ਦੇ ਤਖਤੇ ਤੇ ਜਾ ਰਹੇ ਸੀਗੇ ਤਾਂ ਉਹਨਾਂ ਨੇ ਮਤਲਬ ਇਹ ਗੀਤ ਉਹਨਾਂ ਦੇ ਬੁੱਲਾਂ 'ਤੇ ਸੀ ਸਾਰਿਆਂ 'ਤੇ ਕਿ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ। ਇਸ ਕਰਕੇ ਇੱਕ ਜਿਹੜੀ ਘਟਨਾ ਇਹ ਵੀ ਦੱਸੀ ਜਾਂਦੀ ਹੈਗੀ ਕਿ ਕਿਉਂਕਿ ਭਗਤ ਸਿੰਘ ਨੇ ਧਰਮ ਤੋਂ ਉੱਪਰ ਉੱਠ ਕੇ ਜਿਹੜਾ ਹੈਗਾ ਉਸ ਸਮਾਜ ਲਈ ਜਿਹੜਾ ਲੜਨ ਦਾ ਰਸਤਾ ਦੱਸਿਆ। ਉਹ ਧਾਰਮਿਕ ਤੌਰ 'ਤੇ ਆਪਣੇ ਆਪ ਨੂੰ ਮਤਲਬ ਇਨਕਾਰ ਕਰਦੇ ਸੀਗੇ। ਉਹਨਾਂ ਨੇ ਜੇਲ੍ਹ ਦੇ ਵਿੱਚ ਰਹਿ ਕੇ ਇੱਕ ਜਿਹੜਾ ਲੇਖ ਵੀ ਲਿਖਿਆ ਕਿ ਮੈਂ ਨਾਸਤਿਕ ਕਿਉਂ ਆ। ਉਹਨਾਂ ਨੂੰ ਲੱਗਦਾ ਸੀਗਾ ਕਿ ਮੈਂ ਅਜਿਹੇ ਰੱਬ ਨੂੰ ਨਹੀਂ ਮੰਨ ਸਕਦਾ ਜਿਹੜਾ ਪਿਛਲੇ ਕਰਮਾਂ ਦੀ ਸਜ਼ਾ ਇਸ ਕਰਮ ਵਿੱਚ ਦਿੰਦਾ ਗਾ, ਅਤੇ ਮੈਨੂੰ ਇਹੋ ਜਿਹੀਆਂ ਉਹਨਾਂ ਦਾ ਕਹਿਣਾ ਸੀ ਕਿ ਮੈਂ ਅਜਿਹੀਆਂ ਬੇਤੁਕੀਆਂ ਗੱਲਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ। ਅਤੇ ਫਾਂਸੀ ਦੇ ਤਖਤੇ ਦੇ ਉੱਤੇ ਜਦੋਂ ਚਰਨ ਸਿੰਘ ਜਿਹੜਾ ਜੇਲਰ ਸੀਗਾ, ਵਾਰਡਨ ਸੀ, ਤਾਂ ਉਹਨਾਂ ਨੇ ਕਿਹਾ ਕਿ ਤੂੰ ਵਾਹਿਗੁਰੂ ਨੂੰ ਯਾਦ ਕਰ। ਤਾਂ ਭਗਤ ਸਿੰਘ ਨੇ ਕਿਹਾ ਕਿ ਵਾਹਿਗੁਰੂ ਵੀ ਮੇਰੇ ਬਾਰੇ ਕੀ ਸੋਚੇਗਾ ਕਿ ਇਹ ਕਿੰਨਾ ਬਿਜ਼ਦਲ ਬੰਦਾ, ਤੇ ਜਦੋਂ ਮੌਤ ਸਾਹਮਣੇ ਦੇਖ ਕੇ ਹੁਣ ਇਹ ਮੈਨੂੰ ਯਾਦ ਕਰ ਰਿਹਾ ਹੈਗਾ। ਉਹ ਕਹਿੰਦਾ ਜਦੋਂ ਮੈਂ ਸਾਰੀ ਉਮਰ ਆਪਣੇ ਨਾਸਤਿਕ ਹੋਣ ਬਾਰੇ ਦੱਸਦਾ ਰਿਹਾ, ਮੈਂ ਹੁਣ ਵੀ ਯਾਦ ਨਹੀਂ ਕਰੂੰਗਾ, ਮੈਂ ਹੁਣ ਵੀ ਨਾਸਤਿਕ ਹਾਂ। ਅਤੇ ਸੁਖਦੇਵ 'ਤੇ ਕਹਿਣ 'ਤੇ ਪਹਿਲਾਂ ਸੁਖਦੇਵ ਨੂੰ, ਫਿਰ ਭਗਤ ਸਿੰਘ ਨੂੰ, ਅਤੇ ਫਿਰ ਰਾਜਗੁਰੂ ਨੂੰ ਜਿਹੜੀ ਆ ਉਹ ਫਾਂਸੀ ਦੇ ਦਿੱਤੀ ਗਈ।
ਇਹ ਵੀ ਤੱਥ ਸਾਹਮਣੇ ਆਉਂਦੇ ਨੇ ਕਿ ਕੁਛ ਮਿੰਟ ਜਿਹੜੇ ਹੈਗੇ ਉਹ ਫਾਂਸੀ ਦੇ ਰੱਸੇ 'ਤੇ ਲਟਕਦੇ ਹੋਣ ਤੋਂ ਬਾਅਦ ਜਦੋਂ ਉਹਨਾਂ ਦੇ ਮ੍ਰਿਤਕ ਸਰੀਰਾਂ ਨੂੰ ਉਤਾਰਿਆ ਗਿਆ ਤਾਂ ਇੱਕ ਅਫਸਰ ਨੂੰ ਉਹਨਾਂ ਦੀ ਪਛਾਣ ਕਰਨ ਲਈ ਕਿਹਾ ਗਿਆ ਕਿ ਉਹ ਉਹਨਾਂ ਦੀ ਫਾਂਸੀ ਤੋਂ ਇੰਨਾ ਜ਼ਿਆਦਾ ਘਬਰਾ ਗਿਆ ਤੇ ਉਹਨੇ ਪਛਾਣ ਕਰਨ ਤੋਂ ਨਾ ਕਰ ਦਿੱਤੀ ਤੇ ਉਸੇ ਸਮੇਂ ਉਹਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਤੇ ਉਸ ਤੋਂ ਜਿਹੜਾ ਜੂਨੀਅਰ ਅਧਿਕਾਰੀ ਸੀਗਾ ਉਹਨੇ ਉਹਨਾਂ ਦੀ ਪਛਾਣ ਕੀਤੀ ਸੀਗੀ, ਸ਼ਨਾਖਤ ਕੀਤੀ ਸੀ। ਅੰਗਰੇਜ਼ ਸਰਕਾਰ ਭਗਤ ਸਿੰਘ ਦੀ ਫਾਂਸੀ ਦੇ ਕਾਰਨ ਉੱਠ ਰਹੇ ਅੰਦੋਲਨ ਤੋਂ ਘਬਰਾ ਰਹੀ ਸੀਗੀ, ਜਿਹਦੇ ਵਿੱਚ ਫਾਂਸੀ ਤੋਂ ਪਹਿਲਾਂ ਇਹ ਫੈਸਲਾ ਲਿਆ ਗਿਆ ਸੀਗਾ ਕਿ ਭਗਤ ਸਿੰਘ ਦੀ ਜਿਹੜੀ ਤੇ ਉਹਦੇ ਸਾਥੀਆਂ ਦਾ ਜਿਹੜਾ ਹੈਗਾ ਸੰਸਕਾਰ ਹੈ ਉਹ ਜੇਲ੍ਹ ਵਿੱਚ ਹੀ ਕੀਤਾ ਜਾਊਗਾ ਤੇ ਉਹਨਾਂ ਦੀ ਫਾਂਸੀ ਦਾ ਸਮਾਂ ਬਦਲ ਕੇ ਤੇ ਨਾਲ ਹੀ ਫਿਰ ਉਹਨਾਂ ਨੇ ਸੋਚਿਆ ਕਿ ਜੇ ਅਸੀਂ ਜੇਲ੍ਹ ਦੇ ਵਿੱਚ ਸੰਸਕਾਰ ਕਰਾਂਗੇ, ਜਿਹੜਾ ਉੱਠਦਾ ਹੋਇਆ ਧੂੰਆਂ ਗਾ ਉਹ ਤੋਂ ਲੋਕਾਂ ਨੂੰ ਕਿਤੇ ਪਤਾ ਨਾ ਲੱਗ ਜੇ ਤੇ ਲੋਕਾਂ ਦਾ ਜਿਹੜਾ ਅੰਦੋਲਨ ਹੈਗਾ ਇਹ ਹੋਰ ਜ਼ਿਆਦਾ ਰੋਹ ਵਿੱਚ ਨਾ ਆ ਜੇ, ਜਿਹਦੇ ਕਰਕੇ ਉਹਨਾਂ ਨੇ ਜੇਲ੍ਹ ਦੀ ਪਿਛਲੀ ਕੰਧ ਭੰਨ ਕੇ ਇੱਕ ਟਰੱਕ ਬੁਲਾਇਆ ਤੇ ਟਰੱਕ ਦੇ ਵਿੱਚ ਬਿਲਕੁਲ ਸਮਾਨ ਵਾਂਗੂ ਉਹਨਾਂ ਨੇ ਮਤਲਬ ਬੜੀ ਬੇਅਦਬ ਤਰੀਕੇ ਨਾਲ ਉਹਨਾਂ ਨੇ ਇਹਨਾਂ ਤਿੰਨੇ ਸ਼ਹੀਦਾਂ ਦੀਆਂ ਜਿਹੜੀਆਂ ਲਾਸ਼ਾਂ ਸੀ ਉਹਨਾਂ ਨੂੰ ਲਿਜਾ ਕੇ ਉਹ ਪਹਿਲਾਂ ਰਾਵੀ ਦੇ ਕੰਢੇ ਗਏ, ਪਰ ਰਾਵੀ ਵਿੱਚ ਪਾਣੀ ਥੋੜ੍ਹਾ ਹੋਣ ਕਰਕੇ ਉਹ ਫਿਰ ਸਤਲੁਜ ਦੇ ਕੰਢੇ, ਜਿੱਥੇ ਮਤਲਬ ਫਿਰੋਜ਼ਪੁਰ ਦਾ ਜਿਹੜਾ ਇਲਾਕਾ ਹੈਗਾ ਉੱਥੇ ਸਤਲੁਜ ਦੇ ਕੰਢੇ ਜਾ ਕੇ ਉਹਨਾਂ ਨੇ ਜਿਹੜਾ ਹੈਗਾ ਉੱਥੇ ਇੱਕ ਤਰ੍ਹਾਂ ਨਾਲ ਉਹਨਾਂ ਦਾ ਸੰਸਕਾਰ ਕਰਨਾ ਸ਼ੁਰੂ ਕੀਤਾ। ਪਰ ਅਜੇ ਉਹਨਾਂ ਦੀਆਂ ਲਾਸ਼ਾਂ ਪੂਰੀ ਤਰ੍ਹਾਂ ਸੜੀਆਂ ਨਹੀਂ ਸੀ, ਉਹਨਾਂ ਦਾ ਸੰਸਕਾਰ ਪੂਰੀ ਤਰ੍ਹਾਂ ਨਹੀਂ ਹੋਇਆ ਸੀ। ਆਸੇ ਪਾਸੇ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਇਸ ਘਟਨਾ ਬਾਰੇ ਮਤਲਬ ਪਤਾ ਲੱਗ ਚੁੱਕਿਆ ਸੀ ਜਦੋਂ, ਪਰ ਉਹਨਾਂ ਨੇ ਪਿੰਡਾਂ ਦੇ ਲੋਕਾਂ ਦੇ ਮਤਲਬ ਰੋਹ ਤੋਂ ਡਰਦਿਆਂ ਜਿਹੜੇ ਅੰਗਰੇਜ਼ ਅਧਿਕਾਰੀ ਸੀਗੇ ਉਹ ਅੱਧ ਸੜੀਆਂ ਲਾਸ਼ਾਂ ਨੂੰ ਸਤਲੁਜ ਵਿੱਚ ਜਿਹੜਾ ਸੁੱਟ ਕੇ ਉਹ ਚਲੇ ਗਏ ਸੀਗੇ। ਤੇ ਨਾਲ ਹੀ ਜਦੋਂ ਉਹ ਚਲੇ ਗਏ ਸੀ ਤੇ ਉਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਉਹਨਾਂ ਦੇ ਜਿਹੜੇ ਸਰੀਰ ਸੀਗੇ ਉਹਨਾਂ ਨੂੰ ਸਤਲੁਜ ਵਿੱਚੋਂ, ਜਿਹੜੇ ਅੱਧ ਜਲੇ ਸਰੀਰ ਸੀਗੇ ਉਹਨਾਂ ਨੂੰ ਸਤਲੁਜ ਵਿੱਚੋਂ ਕੱਢ ਲਿਆ ਤੇ ਕੱਢਣ ਤੋਂ ਬਾਅਦ ਫਿਰ ਉਹਨਾਂ ਨੂੰ ਪੂਰੇ ਮਾਨ ਸਨਮਾਨ ਨਾਲ ਉਹਨਾਂ ਨੇ ਜਿਹੜਾ ਗਾ ਸੰਸਕਾਰ ਕੀਤਾ ਗਿਆ ਸੀਗਾ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਤੋਂ ਬਾਅਦ ਅਗਲੇ ਦਿਨ ਸੁਬਾਹ ਮਤਲਬ ਘੱਟੋ ਘੱਟ 3 ਮੀਲ ਲੰਬਾ ਜਿਹੜਾ ਇਕੱਠ ਹੋਇਆ ਲਾਹੌਰ ਸ਼ਹਿਰ ਦੇ ਵਿੱਚ, ਜਿਹਦੇ ਵਿੱਚ ਸਾਰੇ ਮਰਦ ਇੱਕ ਤਰ੍ਹਾਂ ਨਾਲ ਉਹ ਆਪਣੇ ਬਾਹਾਂ ਦੇ ਉੱਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਤੇ ਔਰਤਾਂ ਕਾਲੇ ਪਹਿਰਾਵੇ ਪਾ ਕੇ ਭਗਤ ਸਿੰਘ ਤੇ ਉਹਦੇ ਸਾਥੀਆਂ ਦੀ ਜਿਹੜੀ ਫਾਂਸੀ ਹੈਗੀ ਉਹਦੇ ਵਿਰੋਧ ਦੇ ਵਿੱਚ ਉਹਨਾਂ ਨੇ ਮਤਲਬ ਪ੍ਰਦਰਸ਼ਨ ਕੀਤਾ ਤੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਮਨ ਉਹ ਭਰੇ ਹੋਏ ਸੀਗੇ ਤੇ ਉੱਥੇ ਜਿਹੜਾ ਭਗਤ ਸਿੰਘ ਦਾ ਪਰਿਵਾਰ ਉਹਨਾਂ ਦੇ ਮਤਲਬ ਤਾਬੂਤ ਵਿੱਚ ਉਹਨਾਂ ਦੀਆਂ ਜਿਹੜੀਆਂ ਇੱਕ ਤਰ੍ਹਾਂ ਨਾਲ ਉਹਨਾਂ ਦੇ ਮ੍ਰਿਤਕ ਦੀਆਂ ਜਿਹੜੀਆਂ ਅਸਥੀਆਂ ਸੀਗੀਆਂ ਉਹ ਲੈ ਕੇ ਪਹੁੰਚੇ, ਜਿਹਦੇ ਕਰਕੇ ਮਤਲਬ ਪੂਰਾ ਮਾਹੌਲ ਬਹੁਤ ਗੁੱਸੇ ਵਾਲਾ ਤੇ ਬਹੁਤ ਗਮਗੀਨ ਸੀਗਾ। ਪਰ ਅਸੀਂ ਇਸ ਮਹਾਨ ਸ਼ਹੀਦ ਜਿਸ ਨੇ ਭਾਰਤ ਦੀ ਸਿਰਫ ਆਜ਼ਾਦੀ ਬਾਰੇ ਨਹੀਂ ਸੋਚਿਆ, ਸੱਤਾ ਪਰਿਵਰਤਨ ਬਾਰੇ ਹੀ ਨਹੀਂ ਸੋਚਿਆ, ਉਹਨਾਂ ਨੇ ਇੱਥੋਂ ਦੀ ਵਿਵਸਥਾ ਤੇ ਦੁਨੀਆ ਪੱਧਰ ਦੇ ਜਿਹੜੇ ਸਰਮਾਏਦਾਰੀ ਸਿਸਟਮ ਨੂੰ ਜਿਹੜਾ ਗਾ ਚੋਟ ਕਰਨ ਤੱਕ ਉਹ ਗਏ। ਇਹ ਉਹਨਾਂ ਦੀ ਵੱਡੀ ਦੇਣ ਹੈਗੀ, ਜਿਹਦੇ ਕਰਕੇ ਅੱਜ 100 ਸਾਲ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਪੰਜਾਬ ਦੇ ਜਿਹੜੇ ਲੋਕ ਨੇਗੇ ਉਹਨਾਂ ਦੇ ਮਨ ਦੇ ਵਿੱਚ ਭਗਤ ਸਿੰਘ ਪ੍ਰਤੀ ਉਹਨਾਂ ਆਦਰ ਸਤਿਕਾਰ ਹੈ ਤੇ ਅੱਜ ਵੀ ਉਹ ਸਾਡਾ ਰਾਹ ਦਸੇਰਾ ਹੈਗਾ। ਭਗਤ ਸਿੰਘ ਦੀਆਂ ਬਹੁਤ ਸਾਰੀਆਂ ਗੱਲਾਂ ਕਿ ਉਹਨਾਂ ਦਾ ਕਿਤਾਬਾਂ ਪੜ੍ਹਨਾ ਤੇ ਕਿਤਾਬਾਂ ਦੇ ਵਿੱਚੋਂ ਨੋਟਸ ਲੈਣਾ ਸਾਨੂੰ ਅੱਜ ਉਹਨਾਂ ਦੀਆਂ ਜੇਲ੍ਹ ਡਾਇਰੀ ਹੈ ਜਿਹੜੀ ਉਹ ਇਹ ਦੱਸਦੀ ਹੈ ਕਿ ਉਹ ਦੁਨੀਆ ਦੇ ਮਹਾਨ ਲੇਖਕਾਂ ਦੀਆਂ ਘੱਟੋ ਘੱਟ 300 ਤੋਂ ਵੱਧ ਜਿਹੜੀਆਂ ਕਿਤਾਬਾਂ ਸੀਗੀਆਂ ਉਹ ਪੜ੍ਹ ਚੁੱਕੇ ਸੀਗੇ ਤੇ ਇੰਨੀ ਛੋਟੀ ਉਮਰ ਦੇ ਵਿੱਚ ਮਤਲਬ ਸਮਾਜਵਾਦ ਵਰਗੇ ਸੰਕਲਪ ਨੂੰ ਮਤਲਬ ਆਪਣੀ ਜ਼ਿੰਦਗੀ 'ਚ ਧਾਰਨ ਕਰਨਾ ਤੇ ਉਹਦੇ ਲਈ ਲੜਨਾ ਤੇ ਦੁਨੀਆ ਪੱਧਰ ਦੇ ਜਿਹੜੇ ਇੱਕ ਤਰ੍ਹਾਂ ਨਾਲ ਚਿੰਤਕ ਹੈਗੇ ਉਹਨਾਂ ਨਾਲ ਜੁੜਨਾ, ਇਹ ਭਗਤ ਸਿੰਘ ਦੀ ਵੱਡੀ ਸ਼ਖਸੀਅਤ ਦੇ ਮਤਲਬ ਸਾਰੇ ਪੱਖਾਂ ਦੇ ਵਿੱਚ ਸ਼ਾਮਲ ਹੁੰਦੇ ਨੇਗੇ ਕਿ ਉਹਨਾਂ ਦੀ ਸ਼ਖਸੀਅਤ ਕਿੰਨੀ ਵੱਡੀ ਸੀਗੀ।
ਤੇ ਭਗਤ ਸਿੰਘ ਦੇ ਜਿਨ੍ਹਾਂ ਨੂੰ ਉਹ ਗੁਰੂ ਮੰਨਦੇ ਸੀਗੇ, ਕਰਤਾਰ ਸਿੰਘ ਸਰਾਭਾ, ਅਸੀਂ ਉਹਨਾਂ ਦੀ ਮਤਲਬ ਭਗਤ ਸਿੰਘ ਨੇ ਜਿਹੜੀਆਂ ਜ਼ਿੰਦਗੀ ਦੇ ਵਿੱਚ ਲਾਈਨਾਂ ਧਾਰਨ ਕੀਤੀਆਂ ਸੀ ਕਿ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ, ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।